ਕਿਵੇਂ ਹੋ ਜੀ ਸਾਰੇ। ਤਾਂ ਦੇਖੋ ਕਲਾਸ 12ਵੀਂ ਦਾ ਲੈ ਕੇ ਆ ਚੁੱਕੇ ਹਾਂ ਪੋਲੀਟੀਕਲ ਸਾਇੰਸ ਦਾ ਸ਼ਾਂਤੀ ਗੈਸ ਪੇਪਰ। ਤੁਹਾਡਾ ਪੇਪਰ ਜਿਹੜਾ ਹੈਗਾ ਵਾ 22 ਫਰਵਰੀ ਨੂੰ ਹੈਗਾ ਵਾ। ਇਸ ਵੀਡੀਓ ਦੇ ਵਿੱਚ ਫੁੱਲ ਤਿਆਰੀ ਤੁਹਾਡੀ ਕਰਾ ਦਿੰਦੇ ਆ ਸ਼ਾਂਤੀ ਗੈਸ ਪੇਪਰ ਦੇ ਵਿੱਚੋਂ। ਵੈਰੀ ਇੰਪੋਰਟੈਂਟ ਇਹਦੇ ਵਿੱਚ ਪ੍ਰਸ਼ਨ ਉੱਤਰ ਨੇ। ਆ ਦੇਖ ਲਓ, ਇਹ ਜਿਹੜਾ ਇਹ ਇਸੇ ਸਾਲ ਦਾ ਹੀ ਗੈਸ ਪੇਪਰ ਆ, ਕੋਈ ਪੁਰਾਣਾ ਨਹੀਂ, 2023 ਦਾ। ਜਿਵੇਂ ਕਿ ਤੁਸੀਂ ਆਹ ਦੇਖ ਸਕਦੇ ਹੋ, ਫਰਵਰੀ 17 2024। ਇੱਥੇ ਦੇਖ ਲਓ ਡੇਟ, ਅਗਰ ਵਿਜ਼ੀਬਲ ਨਹੀਂ ਆ ਰਿਹਾ, ਇੱਥੇ ਲਿਖਿਆ ਹੋਇਆ ਨਾ ਫਰਵਰੀ 17 2024 ਨੂੰ ਹੀ ਇਹ ਛਪਿਆ ਵਾ, ਤੇ ਸਾਡੇ ਕੋਲ ਇਹ ਅੱਜ ਪਹੁੰਚ ਗਏ। ਤੇ ਤੁਹਾਡੀ ਹੁਣ ਚਲੋ ਤਿਆਰੀ ਕਰਾ ਦਿੰਦੇ ਆ। ਤਾਂ ਦੇਖ ਲਓ, ਜਿਹੜਾ ਤੁਹਾਡਾ ਪੋਲੀਟੀਕਲ ਸਾਇੰਸ ਦਾ ਪੇਪਰ ਆ, ਇਹ 80 ਨੰਬਰ ਦਾ ਪੇਪਰ ਆਏਗਾ, ਠੀਕ ਹੈ ਜੀ। ਤਾਂ ਚਲੋ ਤਿਆਰੀ ਕਰਦੇ ਹਾਂ ਆਪਾਂ। ਤੇ ਦੇਖੋ, ਸਭ ਤੋਂ ਪਹਿਲਾਂ ਤੁਹਾਨੂੰ ਵਸਤੂਨਿਸ਼ ਪ੍ਰਸ਼ਨ ਆਉਣਗੇ। ਤਾਂ ਕੀ ਲਿਖਿਆ ਹੋਇਆ ਵਾ, ਪ੍ਰਸ਼ਨ ਨੰਬਰ 1 ਵਿੱਚ ਇੱਕ ਅੰਕ ਦੇ 35 ਵਸਤੂਨਿਸ਼ ਪ੍ਰਸ਼ਨ ਹੋਣਗੇ, ਜਿਨ੍ਹਾਂ ਵਿੱਚ ਹਰੇਕ ਵਿੱਚ ਬਹੁ ਵਿਕਲਪੀ ਪ੍ਰਸ਼ਨ ਅਤੇ ਇੱਕ ਸ਼ਬਦ ਦੇ ਉੱਤਰ ਵਾਲੇ ਪ੍ਰਸ਼ਨ, ਖਾਲੀ ਥਾਂ, ਠੀਕ ਹੈ, ਸਹੀ ਗਲਤ ਅਤੇ ਜਿਹੜਾ ਹੈਗਾ ਵਾ ਕਈ ਇਸ ਕਿਸਮ ਦੇ ਕਈ ਹੋਰ ਰੂਪ ਸ਼ਾਮਿਲ ਹੋਣਗੇ। ਇਹ ਸਾਰੇ ਪਾਠਕ੍ਰਮ ਨੂੰ ਕਵਰ ਕਰੇਗਾ। ਤਾਂ ਦੇਖੋ 35 ਮਾਰਕਸ ਦੇ ਆਉਣਗੇ। ਤਾਂ ਦੇਖੋ ਕੀ ਹੈ, ਬਹੁ ਵਿਕਲਪੀ ਪ੍ਰਸ਼ਨ। ਪਹਿਲਾ ਪ੍ਰਸ਼ਨ ਕੀ ਹੈ, ਰਾਜਨੀਤਿਕ ਵਿਵਸਥਾ ਸ਼ਬਦ ਦੇ ਦੋ ਭਾਗ ਕਿਹੜੇ ਹਨ? ਤਾਂ ਇਹਦਾ ਆਨਸਰ ਹੈ ਆਪਣਾ ਸੱਸਾ ਆਪਸ਼ਨ, ਯਾਨੀ ਕਿ ਰਾਜਨੀਤਿਕ ਅਤੇ ਵਿਵਸਥਾ। ਇਹੀ ਤੁਹਾਡਾ ਆਨਸਰ ਹੋ ਜਾਏਗਾ। ਰਾਜਨੀਤਿਕ ਵਿਵਸਥਾ ਦੀ ਵਿਸ਼ੇਸ਼ਤਾ ਕੀ ਹੈ? ਉੱਪਰ ਦੱਸੇ ਸਾਰੇ, ਯਾਨੀ ਕਿ ਆਵੀ ਤੇ ਆਵੀ, ਮਨੁੱਖੀ ਸੰਬੰਧ ਵੀ ਤੇ ਵਿਆਪਕਤਾ ਵੀ ਤੇ ਆਪਣੀ ਸਹੀ ਸ਼ਕਤੀ ਦੀ ਵਰਤੋਂ ਵੀ। ਅੱਗੇ ਹੈ ਆਪਣਾ ਕਿ ਹਿਊਮਨ ਨੇਚਰ ਪੋਲਿਟਿਕਸ ਪੁਸਤਕ ਕਿਸ ਨੇ ਲਿਖੀ? ਤਾਂ ਇਹ ਲਿਖੀ ਦੋਸਤੋ ਗ੍ਰਾਮੀਣ ਵਾਲਸ ਨੇ। ਜਦੋਂ ਕੋਈ ਰਾਜਨੀਤਿਕ ਪ੍ਰਣਾਲੀ ਨਿਵੇਸ਼ਾਂ ਨੂੰ ਨਿਕਾਸਾਂ ਵਿੱਚ ਬਦਲਦੀ ਹੈ, ਠੀਕ ਹੈ, ਤਾਂ ਕਿਸ ਵਾਤਾਵਰਣ ਦਾ ਪ੍ਰਭਾਵ ਪੈਂਦਾ ਹੈ? ਤਾਂ ਇਹਦਾ ਆਨਸਰ ਆਏਗਾ ਦੇਸ਼ ਦੇ ਆਂਤਰਿਕ ਅਤੇ ਬਾਹਰੀ ਵਾਤਾਵਰਣ ਦਾ। ਰਾਜਨੀਤਿਕ ਪ੍ਰਣਾਲੀ ਦਾ ਮੁੱਖ ਕੰਮ ਕੀ ਹੈ? ਲੋਕਾਂ ਦੀਆਂ ਮੰਗਾਂ ਸੰਬੰਧੀ ਨਤੀਜਾ ਲੈਣਾ। ਰਾਜਨੀਤਿਕ ਵਿਵਸਥਾ ਮਾਨਵੀ ਸੰਬੰਧੀ ਦਾ ਉਹ ਦ੍ਰਿੜ ਜਿਹੜਾ ਹੈਗਾ ਮਾਨ ਹੈ, ਜਿਸ ਵਿੱਚ ਵਧੇਰੇ ਮਾਤਰਾ ਵਿੱਚ ਸ਼ਕਤੀ, ਸ਼ਾਸਨ ਅਤੇ ਸੱਤਾ ਸ਼ਾਮਿਲ ਹਨ। ਇਹ ਕਥਨ ਕਿਸ ਦਾ ਹੈ? ਤਾਂ ਇਹ ਕਥਨ ਜਿਹੜਾ ਹੈਗਾ ਵਾ ਰਾਬਰਟ ਏ ਡਹਲ ਦਾ ਇਹ ਕਥਨ ਹੈ। 7ਵਾਂ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਹੜਾ ਰਾਜਨੀਤਿਕ ਵਿਵਸਥਾ ਦਾ ਜਿਹੜਾ ਹੈਗਾ ਵਾ ਔਪਚਾਰਿਕ ਢਾਂਚਾ ਨਹੀਂ ਹੈ? ਤਾਂ ਇਹਦਾ ਆਨਸਰ ਆਏਗਾ ਆਪਣਾ ਰਾਜਨੀਤਿਕ ਦਲ। ਰਾਜਨੀਤਿਕ ਸ਼ਬਦ ਡੈਸ਼ ਦਾ ਪ੍ਰਤੀਕ ਹੈ, ਤਾਂ ਕਾਨੂੰਨੀ ਸ਼ਬਦ ਜਿਹੜਾ ਹੈਗਾ ਵਾ ਕਾਨੂੰਨੀ ਦਬਾਅ ਸ਼ਕਤੀ, ਇਸ ਦਾ ਰਾਈਟ ਆਨਸਰ ਹੋਏਗਾ। ਜਦੋਂ ਅਸੀਂ ਜਿਹੜਾ ਹੈਗਾ ਵਾ ਕਰਾਂ ਦਾ ਭੁਗਤਾਨ ਜਿਹੜਾ ਹੈਗਾ ਵਾ ਟੈਕਸ ਜਿਹੜੇ ਹੁੰਦੇ ਨੇ ਉਸ ਨੂੰ ਕਰ ਕਹਿੰਦੇ ਆ। ਤਾਂ ਜਦੋਂ ਟੈਕਸਾਂ ਦਾ ਭੁਗਤਾਨ ਸਮੇਂ 'ਤੇ ਕਰਦੇ ਹਾਂ ਤਾਂ ਅਸੀਂ ਰਾਜਨੀਤਿਕ ਪ੍ਰਣਾਲੀ ਨੂੰ ਕਿਹੋ ਜਿਹਾ ਸਮਰਥਨ ਦੇ ਰਹੇ ਹੁੰਦੇ ਹਾਂ? ਤਾਂ ਭੌਤਿਕ ਸਮਰਥਨ ਦੇ ਰਹੇ ਹੁੰਦੇ ਹਾਂ। ਜਾਨ ਲਾਕ ਕਿਸ ਦੇਸ਼ ਦਾ ਰਾਜਨੀਤਿਕ ਵਿਦਵਾਨ ਸੀ? ਤਾਂ ਦੋਸਤੋ ਇਸ ਦਾ ਆਨਸਰ ਆਏਗਾ ਆਪਣਾ ਇੰਗਲੈਂਡ। ਸ਼ਾਸਤਰੀ ਉਦਾਰਵਾਦ ਦੀ ਵਿਸ਼ੇਸ਼ਤਾ ਕੀ ਹੈ? ਉਪਰੋਕਤ ਦੱਸੇ ਸਾਰੇ, ਯਾਨੀ ਕਿ ਇੱਕ ਰਾਜ ਇੱਕ ਜ਼ਰੂਰੀ ਬੁਰਾਈ ਹੈ। ਵਿਅਕਤੀ ਜਿਹੜਾ ਹੈਗਾ ਵਾ ਦੋਸਤੋ ਸਾਧਿਆ ਅਤੇ ਰਾਜ ਸਾਧਨ ਹੈ। ਵਿਅਕਤੀ ਦਾ ਸਰਵਉੱਚ ਮਹਾਨਤਾ। ਉਸ ਤੋਂ ਬਾਅਦ ਹੈ ਆਪਣਾ ਕਿ ਵਰਗ ਸਿਧਾਂਤ, ਹਾਂਜੀ, ਵਰਗ ਸੰਘਰਸ਼ ਦਾ ਸਿਧਾਂਤ ਕਿਸ ਨੇ ਦਿੱਤਾ? ਤਾਂ ਮਾਰਕਸ ਨੇ ਉਹ ਦਿੱਤਾ, ਠੀਕ ਹੈ ਜੀ। ਉਸ ਤੋਂ ਬਾਅਦ ਆਪਣਾ ਕੀ ਹੈ, ਮਾਰਕਸਵਾਦ ਦੇ ਅਨੁਸਾਰ ਰਾਜ ਦੀ ਹੋਂਦ ਤੋਂ ਪਹਿਲਾਂ ਆਦੀਮ ਸਮਾਜ ਕਿਹੋ ਜਿਹਾ ਸੀ? ਤਾਂ ਵਰਗ ਸਹਿਤ ਸਮਾਜ ਸੀਗਾ ਉਹ। ਗਾਂਧੀ ਜੀ ਅਨੁਸਾਰ ਸੱਤਿਆਗ੍ਰਹਿ ਦੇ ਸਰੂਪ ਹਨ? ਤਾਂ ਉੱਪਰੋਂ ਦੱਸੇ ਸਾਰੇ, ਯਾਨੀ ਕਿ ਨਾ ਮਿਲਵਰਤਨ ਵੀ, ਗੱਲਬਾਤ ਵੀ ਤੇ ਆਤਮ ਪੀੜਨ ਵੀ। ਤਾਂ ਇਹ ਤੁਹਾਡਾ ਸੱਸਾ ਆਪਸ਼ਨ ਹੋ ਜਾਏਗਾ। 15ਵਾਂ ਪ੍ਰਸ਼ਨ, ਗਾਂਧੀ ਜੀ ਅਨੁਸਾਰ ਲੋਕਤੰਤਰ ਦੀ ਕੀ ਵਿਸ਼ੇਸ਼ਤਾ ਹੈ? ਉਪਰੋਕਤ ਦੱਸੇ ਸਾਰੇ, ਯਾਨੀ ਕਿ ਉੱਪਰ ਦੱਸੇ ਸਾਰੇ। ਅਹਿੰਸਾਵਾਦੀ ਲੋਕਤੰਤਰ ਵੀ, ਵਿਕੇਂਦਰੀਕ੍ਰਿਤ ਲੋਕਤੰਤਰ ਤੇ ਜਨਤਾ ਅਸਲੀ ਸੱਤਾ ਦੀ ਮਾਲਕ। ਨੌਕਰਸ਼ਾਹੀ ਦਾ ਜਿਹੜਾ ਹੈਗਾ ਵਾ ਦੋਸ਼ ਕੀ ਹੈ? ਉੱਪਰ ਦੱਸੇ ਸਾਰੇ, ਯਾਨੀ ਕਿ ਦੋਸਤੋ ਲਾਲ ਜਿਹੜਾ ਹੈਗਾ ਵਾ ਫਿਤਾਸ਼ਾਹੀ, ਕਾਗਜ਼ਾਂ ਦੀ ਹੇਰਾਫੇਰੀ, ਆਮ ਜਨਤਾ ਦੀਆਂ ਮੰਗਾਂ ਦੀ ਉਪੇਖਿਆ, ਠੀਕ ਹੈ ਜੀ। ਤਾਂ ਸੱਸਾ ਆਪਸ਼ਨ ਤੁਹਾਡਾ ਹੋ ਜਾਏਗਾ। ਨੌਕਰਸ਼ਾਹੀ ਸ਼ਬਦ ਦੀ ਉਤਪਤੀ ਕਿਸ ਸਾਲ ਹੋਈ? 1745 ਈਸਵੀ ਦੇ ਵਿੱਚ। ਹੇਠ ਲਿਖਿਆਂ ਵਿੱਚੋਂ ਕਿਹੜਾ ਤੱਤ ਜਿਹੜਾ ਹੈਗਾ ਵਾ ਸਵਸਥ ਜਨਮਤ ਨੂੰ ਬੜਾਵਾ ਦਿੰਦੀ ਹੈ? ਤਾਂ ਸੁਤੰਤਰ ਪ੍ਰੈਸ। ਜਨਮਤ ਬਣਾਉਣ ਲਈ ਸਿਰਫ ਬਹੁਮਤ ਕਾਫੀ ਨਹੀਂ, ਸਰਬੰਗ ਜਿਹੜੀ ਹੈਗੀ ਆਪਣੀ ਸਰਬਸੰਮਤੀ ਜ਼ਰੂਰੀ ਨਹੀਂ ਹੈ। ਤਾਂ ਇਹ ਕਿਸ ਦਾ ਕਥਨ ਹੈ? ਤਾਂ ਇਹ ਕਥਨ ਜਿਹੜਾ ਹੈਗਾ ਵਾ ਲਾਵੇਲ ਦਾ ਹੈ। ਦਲ ਪ੍ਰਣਾਲੀ ਹੇਠ ਲਿਖੇ ਪ੍ਰਕਾਰ ਦੀ ਹੁੰਦੀ ਹੈ? ਤਾਂ ਉਪਰੋਕਤ ਦੱਸੇ ਸਾਰੇ, ਯਾਨੀ ਕਿ ਇੱਕ ਦਲੀ ਵੀ, ਦੋ ਦਲੀ ਵੀ ਤੇ ਬਹੁਦਲੀ ਵੀ। ਹੇਠ ਲਿਖਿਆਂ ਵਿੱਚੋਂ ਕਿਹੜਾ ਰਾਜਨੀਤਿਕ ਦਲ ਦਾ ਕੰਮ ਨਹੀਂ ਹੈ? ਸੜਕਾਂ ਤੇ ਪੁਲ ਬਣਾਉਣਾ, ਜੋ ਕਿ ਰਾਜਨੀਤਿਕ ਦਲ ਦਾ ਕੰਮ ਨਹੀਂ ਹੈ। ਇਹਨਾਂ ਦੇ ਕੰਮ ਕਿਹੜੇ ਨੇ?
ਇਹਨਾਂ ਦੇ ਕੰਮ ਹੈਗੇ ਆਪਣੇ ਜਨਮਤ ਤਿਆਰ ਕਰਨਾ, ਠੀਕ ਹੈ ਜੀ, ਰਾਜਨੀਤਿਕ ਸਿੱਖਿਆ ਦੇਣੀ, ਸੜਕਾਂ ਅਤੇ ਪੁਲ ਬਣਾਉਣਾ ਨਹੀਂ ਹੈ, ਚੋਣ ਲੜਨਾ ਹੈਗਾ ਵਾ। ਤਾਂ ਈਡੀ ਆਪਸ਼ਨ ਇਸ 'ਤੇ ਹੋ ਜਾਏਗਾ। ਅੱਗੇ ਦਬਾਅ ਜਿਹੜੇ ਹੈਗੇ ਸਮੂਹ ਅਪਣਾਉਂਦੇ ਹਨ, ਸ਼ਾਂਤੀਪੂਰਨ ਅਤੇ ਹਿੰਸਾਤਮਕ ਸਾਧਨ ਅਪਣਾਉਂਦੇ ਹਨ। ਦਬਾਅ ਸਮੂਹ ਦਾ ਜਿਹੜਾ ਆਧਾਰ ਕੀ ਹੈ? ਇੱਕ ਧਰਮ। ਭਾਰਤ ਦੇ ਕਿਸ ਪ੍ਰਧਾਨ ਮੰਤਰੀ ਨੇ ਸਭ ਤੋਂ ਪਹਿਲਾਂ ਅਮਰੀਕਾ ਦੀ ਯਾਤਰਾ ਕੀਤੀ? ਤਾਂ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ। ਜਿਹੜਾ ਹੈਗਾ ਆਪਣਾ ਭਾਰਤ ਪਾਕਿਸਤਾਨ ਵਿੱਚ ਤਾਸ਼ਕੰਦ ਸਮਝੌਤਾ ਕਰਵਾਉਣ ਵਿੱਚ ਕਿਸ ਨੇ ਜਿਹੜਾ ਹੈਗਾ ਵਾ ਮਹੱਤਵਪੂਰਨ ਭੂਮਿਕਾ ਨਿਭਾਈ? ਤਾਂ ਸੋਵੀਅਤ ਨੇਤਾ, ਠੀਕ ਹੈ ਜੀ, ਸੀਗੇ ਉਹਨਾਂ ਨੇ। ਵਰਤਮਾਨ ਸਮੇਂ ਵਿੱਚ ਹੇਠ ਲਿਖੇ ਵਿੱਚ ਵਿਚਾਰਧਾਰਾ ਪਾਈ ਜਾਂਦੀ ਹੈ ਤਾਂ ਵਿਸ਼ਵੀਕਰਨ ਦੀ ਵਿਚਾਰਧਾਰਾ ਪਾਈ ਜਾਂਦੀ ਹੈ। ਵਿਸ਼ਵੀਕਰਨ ਦਾ ਪ੍ਰਭਾਵ ਜਿਹੜਾ ਹੈਗਾ ਵਾ ਭਾਰਤ ਵਿੱਚ ਪਾਇਆ ਜਾਂਦਾ ਹੈ, ਠੀਕ ਹੈ ਜੀ। ਤਾਂ ਇਹ ਤੁਹਾਡਾ ਆਨਸਰ ਹੋ ਜਾਏਗਾ। ਖਾਲੀ ਥਾਵਾਂ ਨੇ ਹੁਣ ਦੇਖ ਲਓ ਕੀ ਹੈ ਕਿ ਰਾਜਨੀਤਿਕ ਸ਼ਬਦ ਡੈਸ਼ ਦਾ ਸੂਚਕ ਹੈ, ਸੱਤਾ ਦਾ ਸੂਚਕ ਹੈ। ਰਾਜਨੀਤਿਕ ਵਿਵਸਥਾ ਦੇ ਦੋ ਭਾਗ ਰਾਜਨੀਤਿਕ ਅਤੇ ਵਿਵਸਥਾ ਹਨ। ਸ਼ਾਸਨ ਰਾਜ ਦੀਆਂ ਇੱਕ ਮੁੱਖ ਸੰਸਥਾ ਹੈ। ਇਸ ਦੇ ਮੁੱਖ 3 ਅੰਗ ਹੁੰਦੇ ਹਨ, ਕਾਰਜਪਾਲਿਕਾ ਡੈਸ਼ ਅਤੇ ਨਿਆਂਪਾਲਿਕਾ। ਵਿਧਾਨਪਾਲਿਕਾ ਇੱਥੇ ਆਏਗਾ, ਕਾਰਜਪਾਲਿਕਾ, ਵਿਧਾਨਪਾਲਿਕਾ ਅਤੇ ਨਿਆਂਪਾਲਿਕਾ। ਅੱਗੇ ਤੁਲਨਾਤਮਕ ਰਾਜਨੀਤਿਕ ਤੋਂ ਤੁਹਾਡਾ ਜਿਹੜਾ ਹੈਗਾ ਵਾ ਭਾਵ ਰਾਜਨੀਤਿਕ ਸੰਸਥਾਵਾਂ ਦੇ ਜਿਹੜੇ ਹੈਗੇ ਤੁਲਨਾਤਮਕ ਅਧਿਐਨ ਤੋਂ ਹੈ। ਰਾਜਨੀਤੀ ਸੰਸਕ੍ਰਿਤੀ ਦਾ ਸਭ ਤੋਂ ਪਹਿਲਾ ਪ੍ਰਯੋਗ ਸਨ 1956 ਵਿੱਚ ਕੀਤਾ ਗਿਆ। ਆਲਮੰਡ ਦੁਆਰਾ ਲਿਖਿਆ ਲੇਖ ਜਿਹੜਾ ਹੈਗਾ ਵਾ ਜਰਨਲ ਆਫ ਪੋਲੀਟਿਕਲ ਸਾਇੰਸ ਵਿੱਚ ਛਪਿਆ ਹੋਇਆ ਹੈ। ਰਾਜਨੀਤੀ ਸੰਸਕ੍ਰਿਤੀ ਦੇ ਸ਼ਬਦ ਦੇ ਹਾਂਜੀ ਕੀ ਲਿਖਿਆ ਹੋਇਆ ਦੋਸਤੋ ਆਪਣਾ? ਰਾਜਨੀਤੀ ਸੰਸਕ੍ਰਿਤੀ ਸ਼ਬਦ ਜਿਹੜਾ ਹੈਗਾ ਵਾ ਸਭ ਤੋਂ ਪਹਿਲਾ ਪ੍ਰਯੋਗ ਜਿਹੜੇ ਹੈਗੇ ਗੈਬਰੀਅਲ ਆਲਮੰਡ ਨੇ ਕੀਤਾ। ਆਲਮੰਡ ਨੇ ਰਾਜਨੀਤਿਕ ਵਿਚਾਰ ਦੀ ਵਰਤੋਂ ਆਪਣੇ ਇੱਕ ਲੇਖ ਕੰਪੈਰੇਟਿਵ ਪੋਲੀਟੀਕਲ ਸਿਸਟਮ ਵਿੱਚ ਕੀਤੀ। ਰਾਜਨੀਤਿਕ ਸਮਾਜੀਕਰਨ ਨਾਂ ਦੀ ਪੁਸਤਕ ਜਿਹੜੀ ਹੈਗੀ ਆ ਆਪਣੀ ਹਰਬਰਟ ਹਿਊਮੈਨ ਨੇ ਲਿਖੀ, ਠੀਕ ਹੈ। ਰਾਜਨੀਤਿਕ ਸਮਾਜੀਕਰਨ ਨਾਮਕ ਪੁਸਤਕ ਸਨ ਜਿਹੜੀ ਹੈਗੀ ਆ 1959 ਵਿੱਚ ਪ੍ਰਕਾਸ਼ਿਤ ਹੋਈ। ਉਸ ਤੋਂ ਬਾਅਦ ਆਪਣਾ ਪਰਿਵਾਰ ਰਾਜਨੀਤਿਕ ਸਮਾਜੀਕਰਨ ਦੀ ਇੱਕ ਹੀ ਮਹੱਤਵਪੂਰਨ ਏਜੰਸੀ ਹੈ। ਉਦਾਰਵਾਦ ਵਿਅਕਤੀਵਾਦ ਨਹੀਂ ਹੁੰਦਾ ਹੈ। ਲਿਬਰਲਿਜ਼ਮ ਸ਼ਬਦ ਦੀ ਉਤਪਤੀ ਲੈਟਿਨ ਭਾਸ਼ਾ ਦੇ ਸ਼ਬਦ ਤੋਂ ਹੋਈ ਹੈ। ਉਸ ਤੋਂ ਬਾਅਦ ਹੈ ਜਿਹੜਾ ਹੈਗਾ ਵਾ ਡੈਸ਼ ਨੂੰ ਸਾਮਵਾਦ ਦਾ ਜਨਮਦਾਤਾ ਕਿਹਾ ਜਾਂਦਾ ਹੈ। ਕਾਰਲ ਮਾਰਕਸ ਨੂੰ। ਸੰਘਰਸ਼ ਦਾ ਸਿਧਾਂਤ ਕਾਰਲ ਮਾਰਕਸ ਨੇ ਦਿੱਤਾ। ਐਂਜਲਸ ਦੇ ਅਨੁਸਾਰ ਰਾਜ ਅਤੇ ਪੂੰਜੀਪਤੀਆਂ ਦੀ ਪ੍ਰਬੰਧਕ ਸਮਿਤੀ ਮਾਤਰਾ ਹੈ। ਮਹਾਤਮਾ ਗਾਂਧੀ ਨੂੰ ਭਾਰਤ ਦਾ ਰਾਸ਼ਟਰ ਪਿਤਾ ਵੀ ਕਿਹਾ ਜਾਂਦਾ ਹੈ, ਠੀਕ ਹੈ ਜੀ। ਗਾਂਧੀ ਜੀ ਦੇ ਰਾਜਨੀਤਿਕ ਗੁਰੂ ਗੋਪਾਲ ਕ੍ਰਿਸ਼ਨ ਗੋਖਲੇ ਸਨ। ਨੌਕਰਸ਼ਾਹੀ ਸ਼ਬਦ ਨੂੰ ਅੰਗਰੇਜ਼ੀ ਵਿੱਚ ਕੀ ਕਿਹਾ ਜਾਂਦਾ ਹੈ? ਤਾਂ ਬਿਊਰੋਕਰੇਸੀ। ਨੌਕਰਸ਼ਾਹੀ ਦੀ ਮੁੱਖ ਵਿਸ਼ੇਸ਼ਤਾ ਕੰਮਾਂ ਦੀ ਜਿਹੜੀ ਹੈਗੀ ਤਰਕਪੂਰਨ ਵੰਡ ਹੈ। ਚੋਣ ਵਿੱਚ ਸਫਲ ਉਮੀਦਵਾਰ ਨੂੰ ਪ੍ਰਤੀਨਿਧੀ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਆਪਣਾ ਪ੍ਰਸ਼ਨ ਹੈ ਕਿ ਡੈਸ਼ ਦੀ ਆਵਾਜ਼ ਯਾਨੀ ਕਿ ਜਨਤਾ ਦੀ ਆਵਾਜ਼ ਪਰਮਾਤਮਾ ਦੀ ਆਵਾਜ਼ ਹੁੰਦੀ ਹੈ। ਲੋਕਤੰਤਰ ਵਿੱਚ ਜਿਹੜਾ ਹੈਗਾ ਵਾ ਲੋਕਮਤ ਨੂੰ ਬੜਾਵਾ ਮਿਲਦਾ ਹੈ। ਉਸ ਤੋਂ ਬਾਅਦ ਦੇਖੋ ਕੀ ਹੈ, ਰਾਜਨੀਤਿਕ ਦਲ ਜਿਹੜੇ ਹੁੰਦੇ ਹਨ ਉਹ ਲੋਕਤੰਤਰ ਦੀ ਜਾਨ ਕਹਾਉਂਦੇ ਹਨ। ਰਾਜਨੀਤਿਕ ਦਲ ਦਾ ਉਦੇਸ਼ ਕੀ ਹੈ? ਰਾਜਨੀਤਿਕ ਸ਼ਕਤੀ ਪ੍ਰਾਪਤ ਕਰਨਾ ਹੁੰਦਾ ਹੈ, ਠੀਕ ਹੈ ਜੀ, ਰਾਜਨੀਤਿਕ ਸ਼ਕਤੀ ਪ੍ਰਾਪਤ ਕਰਨਾ ਹੁੰਦਾ ਹੈ। ਦਬਾਅ ਸਮੂਹ ਵਿੱਚ ਹਾਂਜੀ ਕੀ ਲਿਖਿਆ ਦੋਸਤੋ ਆਪਣਾ? ਉੱਤਰਦਾਇਤਵ ਦੀ ਕਮੀ ਹੁੰਦੀ ਹੈ। ਦਬਾਅ ਸਮੂਹ ਦਾ ਉਦੇਸ਼ ਜਿਹੜਾ ਹੈਗਾ ਵਾ ਕੀ ਹੁੰਦਾ ਵਾ ਦੋਸਤੋ? ਦਬਾਅ ਸਮੂਹ ਦਾ ਉਦੇਸ਼ ਰਾਜਨੀਤਿਕ ਸੱਤਾ ਪ੍ਰਾਪਤ ਕਰਨਾ ਨਹੀਂ ਹੁੰਦਾ ਹੈ, ਠੀਕ ਹੈ ਜੀ। ਤੇ ਭਾਰਤ ਵਿੱਚ ਜਿਹੜਾ ਹੈਗਾ ਵਾ ਸੰਸਦੀ ਸ਼ਾਸਨ ਪ੍ਰਣਾਲੀ ਪਾਈ ਜਾਂਦੀ ਹੈ। ਭਾਰਤ ਵਿੱਚ ਹੁਣ 17 ਲੋਕ ਸਭਾ ਦੇ ਚੋਣ ਕਰਵਾਏ ਜਾਂਦੇ ਹਨ, ਠੀਕ ਹੈ ਜੀ। ਭਾਰਤ ਵਿੱਚ ਹੁਣ ਤੱਕ 17 ਲੋਕ ਸਭਾ ਦੇ ਚੋਣ ਕਰਵਾਏ ਜਾ ਚੁੱਕੇ ਹਨ। ਆਧੁਨਿਕ ਰਾਜ ਦਾ ਜਿਹੜਾ ਹੈਗਾ ਸਰੂਪ ਕਲਿਆਣਕਾਰੀ ਹੈ। ਭਾਰਤ ਵਿੱਚ ਬਹੁਦਲੀ ਪ੍ਰਣਾਲੀ ਪਾਈ ਜਾਂਦੀ ਹੈ। ਕਾਂਗਰਸ ਪਾਰਟੀ ਦੀ ਸਥਾਪਨਾ ਸਨ 1885 ਦੇ ਵਿੱਚ ਹੋਈ ਸੀ। ਚੋਣ ਵਿੱਚ ਸਫਲ ਉਮੀਦਵਾਰ ਨੂੰ ਪ੍ਰਤੀਨਿਧੀ ਕਿਹਾ ਜਾਂਦਾ ਹੈ। ਭਾਰਤ ਸਰਕਾਰ ਨੇ ਜਿਹੜੀ ਹੈਗੀ ਹੈ ਸੀਮਾਬੰਦੀ ਆਯੋਗ ਦੀ ਸਥਾਪਨਾ 1952 ਵਿੱਚ ਕੀਤੀ। ਰਾਸ਼ਟਰੀ ਅਖੰਡਤਾ ਜਿਹੜੀ ਹੈਗੀ ਆ ਉਹ ਰਾਸ਼ਟਰੀ ਏਕੀਕਰਨ 'ਤੇ ਨਿਰਭਰ ਕਰਦੀ ਹੈ। ਭਾਰਤ ਦੀ ਜਿਹੜੀ ਹੈਗੀ ਆ ਵਿਦੇਸ਼ ਨੀਤੀ ਦੀ ਮਹੱਤਵਪੂਰਨ ਵਿਸ਼ੇਸ਼ ਗੁੱਟ ਨਿਰਪੇਖਤਾ ਹੈ। ਸੰਯੁਕਤ ਰਾਸ਼ਟਰ ਸੰਘ 6 ਅੰਗ ਹਨ ਉਹਨਾਂ ਦੇ। ਜਿਹੜਾ ਹੈਗਾ ਭਾਰਤ ਦੱਖਣ ਏਸ਼ੀਆ ਦਾ ਸਭ ਤੋਂ ਵੱਧ ਜਨਸੰਖਿਆ ਵਾਲਾ ਦੇਸ਼ ਹੈ। ਸੋਵੀਅਤ ਸੰਘ ਨੇ ਜਿਹੜਾ ਹੈਗਾ ਵਾ ਵਿਘਟਨ ਦੇ ਸਮੇਂ ਸਿਖਲਾਇਕ ਤੇ ਜਿਹੜਾ ਹੈਗਾ ਆਪਣੇ ਸਿਖਲਾਏ ਗੋਰਬਾਚੇਵ ਰਾਸ਼ਟਰਪਤੀ ਸਨ, ਠੀਕ ਹੈ ਜੀ।
कौन दोस्तों? ਜਿਹੜੇ ਆਪਣੇ ਸਿਖਾਇਲ ਗੋਰਬਾਚੇਵ ਰਾਸ਼ਟਰਪਤੀ ਸਨ। ਉਸ ਤੋਂ ਬਾਅਦ ਦੋਸਤੋ ਨਾਟੋ ਇੱਕ ਸੈਨਿਕ ਸੰਗਠਨ ਹੈਗਾ ਵਾ। ਇਹ ਹੋ ਗਿਆ ਦੋਸਤੋ। ਹੁਣ ਤੁਹਾਡਾ ਹੁਣ ਅਗਲਾ ਦੇਖਦੇ ਹਾਂ। ਅਗਲਾ ਤੁਹਾਡਾ 7 ਨੰਬਰ ਪੇਜ ਤੱਕ ਹੋ ਗਿਆ। ਹੁਣ ਤੁਹਾਡੇ ਠੀਕ ਗਲਤ ਨੇ ਇਹ ਤਾਂ ਤੁਸੀਂ ਅਗਰ ਖੁਦ ਚਾਹੋ ਤਾਂ ਖੁਦ ਵੀ ਕਰ ਸਕਦੇ ਹੋ। ਜਿਵੇਂ ਕਿ ਦੇਖੋ ਕੀ ਹੈ, ਹਰੇਕ ਵਿਵਸਥਾ ਵਿੱਚ ਇੱਕ ਇਕਾਈ ਦੇ ਰੂਪ ਵਿੱਚ ਕੰਮ ਕਰਨ ਦੀ ਯੋਗਤਾ ਹੁੰਦੀ ਹੈ। ਠੀਕ। ਵਿਵਸਥਾ 3 ਜਿਹੜੀ ਹੈਗੀ ਆ ਵਿਵਸਥਾ ਭਿੰਨ ਜਾਂ ਹਿੱਸਿਆਂ ਨਾਲ ਬਣਦੀ ਹੈ। ਠੀਕ। ਆਲਮੰਡ ਪਾਵੇਲ ਨੇ ਰਾਜਨੀਤਿਕ ਸਮੁਦਾਇ ਦੀ ਸ਼ਕਤੀ ਨੂੰ ਕਾਨੂੰਨੀ ਸਰੀਰਕ ਜ਼ਬਰਦਸਤੀ ਸ਼ਕਤੀ ਦਾ ਨਾਂ ਦਿੱਤਾ। ਤਾਂ ਦੋਸਤੋ ਇਹਦਾ ਆਨਸਰ ਹੈ ਠੀਕ। ਤੁਲਨਾਤਮਕ ਰਾਜਨੀਤੀ ਤੋਂ ਭਾਵ ਰਾਜਨੀਤਿਕ ਸੰਸਥਾਵਾਂ ਦੇ ਤੁਲਨਾਤਮਕ ਅਧਿਐਨ ਤੋਂ ਹੈ। ਠੀਕ। ਤੁਲਨਾਤਮਕ ਰਾਜਨੀਤਿਕ ਜਿਹੜੀ ਹੈਗੀ ਆ ਪਰੰਪਰਾਗਤ ਰਾਜਨੀਤੀ ਵਿਗਿਆਨ ਦੀ ਦੇਣ ਹੈ। ਤਾਂ ਇਹ ਤੁਹਾਡਾ ਗਲਤ ਹੈ। ਤੁਲਨਾਤਮਕ ਰਾਜਨੀਤਿਕ ਦੀ ਇਹ ਵਿਸ਼ੇਸ਼ਤਾ ਕੀਮਤ ਰਹਿਤ ਅਧਿਐਨ ਹੈ। ਤਾਂ ਠੀਕ ਹੈ। ਠੀਕ ਹੈ ਜੀ। ਇਸੇ ਪ੍ਰਕਾਰ ਦੋਸਤੋ ਤੁਸੀਂ ਆਹ ਦੇਖ ਸਕਦੇ ਹੋ 7ਵੇਂ ਦਾ ਆਨਸਰ ਕੀ ਹੈ, ਗਲਤ ਹੈ। ਤੁਸੀਂ ਪੜ੍ਹ ਸਕਦੇ ਹੋ 8ਵੇਂ ਦਾ ਪ੍ਰਸ਼ਨ, 9ਵੇਂ ਦਾ ਵੀ ਆਨਸਰ ਲਿਖਿਆ ਹੋਇਆ ਵਾ, ਉੱਤਰ ਸਾਰਿਆਂ ਦੇ ਲਿਖੇ ਹੋਏ ਹਨ। ਤੁਸੀਂ ਇੱਕ ਵਾਰੀ ਜਿਹੜਾ ਹੈਗਾ ਚੰਗੀ ਤਰ੍ਹਾਂ ਇਹਨਾਂ ਨੂੰ ਦੇਖ ਲਵੋ। ਠੀਕ ਹੈ ਜੀ। ਜਿਵੇਂ ਕਿ 10ਵਾਂ 11ਵਾਂ 12ਵਾਂ 13ਵਾਂ 14ਵਾਂ ਉਦਾਰਵਾਦ ਵਿਅਕਤੀਵਾਦ ਦਾ ਹੀ ਦੂਜਾ ਰੂਪ ਹੁੰਦਾ ਹੈ। ਮਾਰਕਸਵਾਦ ਦਾ ਜਨਮਦਾਤਾ ਲਾਸਕੀ ਹੈ। ਠੀਕ ਹੈ ਜੀ। ਗਲਤ। ਨੌਕਰਸ਼ਾਹੀ ਨੀਤੀ ਨਿਰਮਾਣ ਦਾ ਕੰਮ ਕਰਦੀ ਹੈ। ਤਾਂ ਤੁਸੀਂ ਇਸ ਨੂੰ ਇੱਕ ਵਾਰੀ ਰੀਡਿੰਗ ਲੈ ਲਓਗੇ ਤਾਂ ਤੁਹਾਨੂੰ ਕਲੀਅਰ ਹੋ ਜਾਏਗਾ ਦੋਸਤੋ। ਠੀਕ ਹੈ। ਉਸ ਤੋਂ ਬਾਅਦ ਆਪਣਾ ਅਗਲਾ ਦੇਖੋ, ਇੱਥੇ ਆ ਰਿਹਾ ਤੁਹਾਡਾ ਅਗਲਾ। ਹਾਂਜੀ ਆ ਰਿਹਾ 24ਵੇਂ ਤੋਂ ਤੁਸੀਂ ਸ਼ੁਰੂ ਕਰ ਲਓ। 25ਵਾਂ 26ਵਾਂ 27ਵਾਂ। ਠੀਕ ਹੈ ਜੀ। ਆਹ ਤੁਹਾਡੇ ਦਿੱਤੇ ਹੋਏ ਹਨ। ਇੱਕ ਵਾਰ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਹੈਗਾ ਰੀਡਿੰਗ ਲੈ ਲਓ ਦੋਸਤੋ। ਜ਼ਿਆਦਾ ਡਿਟੇਲ ਦੇ ਵਿੱਚ ਜਾਣ ਦੀ ਲੋੜ ਨਹੀਂ। ਬਸ ਇੱਕ ਵਾਰੀ ਅਗਰ ਤੁਸੀਂ ਜਦੋਂ ਇਸ ਨੂੰ ਰੀਡ ਕਰ ਲੈਂਦੇ ਹੋ ਤਾਂ ਤੁਹਾਡੇ ਦਿਮਾਗ 'ਚ ਖੁਦ ਹੀ ਇਹ ਸੈੱਟ ਹੋ ਜਾਏਗਾ। ਬਸ ਇੱਥੇ ਹੀ ਇਹ ਤੁਹਾਡੇ ਖਤਮ ਹੋ ਗਏ। ਹੁਣ ਦੋਸਤੋ ਤੁਹਾਡੇ ਓਬਜੈਕਟਿਵ ਟਾਈਪ ਪ੍ਰਸ਼ਨ ਨੇ। ਇੱਥੇ ਹੁਣ ਦੇਖੋ ਕੀ ਹੈ ਤੁਹਾਡੇ ਓਬਜੈਕਟਿਵ ਟਾਈਪ ਪ੍ਰਸ਼ਨ। ਦੇਖੋ ਪਾਰਟ ਏ 'ਤੇ ਤਾਂ ਕੀ ਹੈ, ਪ੍ਰਣਾਲੀ ਸ਼ਬਦ ਦਾ ਕੀ ਅਰਥ ਹੈ। ਠੀਕ ਹੈ ਜੀ। ਤਾਂ ਪ੍ਰਣਾਲੀ ਜਿਹੜਾ ਹੈਗਾ ਵਿਵਸਥਾ ਸ਼ਬਦ ਦੀ ਵਰਤੋਂ ਅੰਤਰ ਕਿਰਿਆਵਾਂ ਦੇ ਸਮੂਹ ਦਾ ਇਸ਼ਾਰਾ ਕਰਨ ਲਈ ਕੀਤੀ ਜਾਂਦੀ ਹੈ। ਰਾਜਨੀਤਿਕ ਪ੍ਰਣਾਲੀ ਦਾ ਅਰਥ ਸਪਸ਼ਟ ਕਰੋ। ਰਾਜਨੀਤਿਕ ਪ੍ਰਣਾਲੀ ਦਾ ਅਰਥ ਉਹਨਾਂ ਇੱਕ ਦੂਜੇ 'ਤੇ ਨਿਰਭਰ ਸੰਬੰਧੀ ਦੇ ਸਮੂਹਾਂ ਤੋਂ ਲਿਆ ਜਾਂਦਾ ਹੈ ਜਿਸ ਦੇ ਸੰਗਠਨ ਵਿੱਚ ਸੱਤਾ ਜਾਂ ਫਿਰ ਸ਼ਕਤੀ ਦਾ ਹੱਥ ਹੁੰਦਾ ਹੈ। ਰਾਜਨੀਤਿਕ ਪ੍ਰਣਾਲੀ ਦੇ ਜਿਹੜੇ ਹੈਗੇ ਆ ਕੋਈ ਇੱਕ ਪਰਿਭਾਸ਼ਾ ਲਿਖੋ। ਤਾਂ ਦੇਖੋ ਕੀ ਇੱਥੇ ਆਪਣਾ ਕਿ ਰਾਬਰਟ ਏ ਡਹਲ ਅਨੁਸਾਰ ਰਾਜਨੀਤਿਕ ਪ੍ਰਣਾਲੀ ਮਨੁੱਖੀ ਸੰਬੰਧੀ ਦਾ ਉਹ ਸਥਾਈ ਨਮੂਨਾ ਹੈ ਜਿਸ ਵਿੱਚ ਕਾਫੀ ਮਾਤਰਾ ਵਿੱਚ ਸ਼ਕਤੀ, ਸ਼ਾਸਨ ਜਾਂ ਫਿਰ ਸੱਤਾ ਸ਼ਾਮਿਲ ਹੈ। ਅੱਗੇ ਹੈ ਰਾਜਨੀਤਿਕ ਪ੍ਰਣਾਲੀ ਦਾ ਕੋਈ ਇੱਕ ਨਿਵੇਸ਼ ਕਾਰਜ ਲਿਖੋ। ਤਾਂ ਰਾਜਨੀਤਿਕ ਸਮਾਜੀਕਰਨ ਅਤੇ ਪ੍ਰਵੇਸ਼ ਜਾਂ ਫਿਰ ਭਰਤੀ। ਰਾਜਨੀਤਿਕ ਪ੍ਰਣਾਲੀ ਦਾ ਇੱਕ ਨਿਕਾਸ ਕਾਰਨ ਲਿਖੋ। ਨਿਯਮ ਨਿਰਮਾਣ ਕਾਰਜ। ਹਿੱਤ ਸਮੂਹੀਕਰਨ ਕੀ ਹੁੰਦਾ ਹੈ? ਵੱਖ-ਵੱਖ ਹਿੱਤਾਂ ਦੀ ਜਿਹੜੀ ਹੈਗੀ ਆ ਇਕੱਠਾ ਕਰਨ ਦੀ ਪ੍ਰਕਿਰਿਆ ਨੂੰ ਹਿੱਤ ਸਮੂਹੀਕਰਨ ਕਹਿੰਦੇ ਹਨ। ਰਾਜਨੀਤਿਕ ਸੰਚਾਰ ਤੋਂ ਕੀ ਭਾਵ ਹੈ? ਰਾਜਨੀਤਿਕ ਸੰਚਾਰ ਦਾ ਅਰਥ ਹੈ ਰਾਜਨੀਤਿਕ ਸੂਚਨਾਵਾਂ ਦੀ ਅਦਲਾ ਬਦਲੀ। ਰਾਜਨੀਤਿਕ ਜਿਹੜੀ ਹੈਗੀ ਆ ਆਪਣੀ ਭਰਤੀ ਤੋਂ ਤੁਸੀਂ ਕੀ ਸਮਝਦੇ ਹੋ? ਰਾਜਨੀਤਿਕ ਭਰਤੀ ਤੋਂ ਭਾਵ ਉਸ ਕੰਮ ਤੋਂ ਹੈ ਜਿਸ ਦੇ ਮਾਧਿਅਮ ਨਾਲ ਰਾਜਨੀਤਿਕ ਵਿਵਸਥਾ ਦੀਆਂ ਭੂਮਿਕਾਵਾਂ ਦੀ ਪੂਰਤੀ ਕੀਤੀ ਜਾਂਦੀ ਹੈ। ਰਾਜਨੀਤਿਕ ਪ੍ਰਣਾਲੀ ਦੀਆਂ ਕੀ ਸੀਮਾਵਾਂ ਹਨ? ਤਾਂ ਰਾਜਨੀਤਿਕ ਵਿਵਸਥਾ ਦੀਆਂ ਕੁਝ ਸੀਮਾਵਾਂ ਹੁੰਦੀਆਂ ਹਨ ਜਿਹੜੀਆਂ ਉਸ ਨੂੰ ਹੋਰ ਵਿਵਸਥਾ ਤੋਂ ਕੀ ਕਰਦੀਆਂ ਨੇ? ਨਿਖੇੜਦੀਆਂ ਹਨ। ਉਸ ਤੋਂ ਬਾਅਦ ਆਪਣਾ ਦੇਖੋ ਕੀ ਹੈ ਪ੍ਰਸ਼ਨ, ਰਾਜਨੀਤਿਕ ਵਿਵਸਥਾ ਦਾ ਵਾਤਾਵਰਣ ਕਿਸ ਨੂੰ ਕਹਿੰਦੇ ਹਨ? ਤਾਂ ਦੇਖੋ ਕੀ ਆਪਣਾ ਇੱਥੇ ਡੇਵਿਡ ਈਸਟਨ ਦੇ ਅਨੁਸਾਰ ਹਰ ਰਾਜਨੀਤਿਕ ਪ੍ਰਣਾਲੀ ਇੱਕ ਵਾਤਾਵਰਣ ਵਿੱਚ ਕੰਮ ਕਰਦੀ ਹੈ ਤੇ ਉਹਦੇ 'ਤੇ ਵਾਤਾਵਰਣ ਦਾ ਪ੍ਰਭਾਵ ਵੀ ਪੈਂਦਾ ਹੈ। ਵਾਤਾਵਰਣ ਤੋਂ ਭਾਵ ਉਹ ਹਾਲਤਾਂ ਜਿਹੜੀਆਂ ਉਸ ਨੂੰ ਚਾਰ ਚੁਫੇਰੋਂ ਘੇਰਦੀਆਂ ਹਨ। ਅੱਗੇ ਆਪਣਾ ਦੇਖੋ ਰਾਜਨੀਤਿਕ ਪ੍ਰਣਾਲੀ ਅਤੇ ਰਾਜ ਵਿੱਚ ਕੋਈ ਇੱਕ ਅੰਤਰ ਲਿਖੋ। ਰਾਜ ਦੇ 4 ਜ਼ਰੂਰੀ ਤੱਤ ਹਨ ਜਦਕਿ ਰਾਜਨੀਤਿਕ ਪ੍ਰਣਾਲੀਆਂ ਦੇ ਅਨੇਕ ਤੱਤ ਹਨ। ਅੱਗੇ ਨਿਯਮ ਨਿਰਮਾਣ ਕਾਰਜ ਕੀ ਹੁੰਦਾ ਹੈ? ਤਾਂ ਦੇਖੋ ਕੀ ਆਨਸਰ ਇਹਦਾ ਨਿਯਮ ਨਿਰਮਾਣ ਕਾਰਜ ਜਿਹੜਾ ਹੈਗਾ ਵਾ ਬਈ ਸਮਾਜ ਵਿੱਚ ਨਾ ਜਦੋਂ ਵੀ ਕੋਈ ਨਿਯਮ ਬਣਾਇਆ ਜਾਂਦਾ ਹੈ ਤਾਂ ਉਸ ਦੀ ਜਿਹੜੀ ਹੈਗੀ ਆ ਉਲੰਘਣਾ ਦੀ ਸੰਭਾਵਨਾ ਵੀ ਸਦਾ ਬਣੀ ਰਹਿੰਦੀ ਹੈ। ਠੀਕ ਹੈ ਜੀ। ਇਸ ਲਈ ਇਹ ਜ਼ਰੂਰੀ ਨਹੀਂ ਹੈ ਕਿ ਵਿਅਕਤੀ ਨਿਯਮਾਂ ਦੀ ਉਲੰਘਣਾ ਕਰਦਾ ਹੈ ਉਸ ਨੂੰ ਸਜ਼ਾ ਜ਼ਰੂਰ ਹੀ ਮਿਲਣੀ ਚਾਹੀਦੀ ਹੈ। ਇਸ ਲਈ ਜਿਹੜਾ ਹੈਗਾ ਵਾ ਨਿਯਮ ਹੀ ਉਸ ਦੀ ਉਲੰਘਣਾ ਕਰਨ ਤੇ ਵੰਡ ਦੇਣ ਦੀ ਜਿਹੜੀ ਹੈਗੀ ਹੈ ਵਿਵਸਥਾ ਰਹਿੰਦੀ ਹੈ। ਅਗਲਾ ਆਪਣਾ ਪ੍ਰਸ਼ਨ ਹੈ ਕਿ ਨਿਯਮ ਲਾਗੂ ਕਰਨ ਦਾ ਕਾਰਜ ਕਿਸ ਨੂੰ ਕਹਿੰਦੇ ਹਨ? ਤਾਂ ਰਾਜਨੀਤਿਕ ਪ੍ਰਣਾਲੀ ਦਾ ਕੰਮ ਕੇਵਲ ਨਿਯਮ ਬਣਾਉਣਾ ਹੀ ਨਹੀਂ ਸਗੋਂ ਉਹਨਾਂ ਕਿਸਮਾਂ ਨੂੰ ਜਿਹੜਾ ਹੈਗਾ ਵਾ ਲਾਗੂ ਕਰਨਾ ਵੀ
है। नियमां नूं जेकर सही ढंग नाल लागू नहीं किया जाता तां नियम बनाउण दा टीचा ही समाप्त हो जाता है अते उचित नतीजिਆਂ ਦੀ उम्मीद नहीं की जा सकती। राजनीतिक प्रणाली के दो ਕੰਮਾਂ ਦਾ ਨਾਂ लिखो ਤਾਂ ਕੀ ਹੈ हाँ जी राजनीतिक प्रणाली के दो ਕੰਮਾਂ ਦਾ ਨਾਂ लिखो। राजनीतिक समाजीकरण ਅਤੇ ਭਰਤੀ हित स्पष्टीकरण। हित स्पष्टीकरण तो की भाव है आलमंड पवेल के अनुसार ਵੱਖ-ਵੱਖ ਜਿਹੜੀਆਂ ਹੈਗੀਆਂ ਨੇ ਵਿਅਕਤੀਆਂ ਅਤੇ ਸਮੂਹਾਂ ਦੁਆਰਾ ਰਾਜਨੀਤਿਕ ਫੈਸਲਾ ਕਰਨ ਵਾਲਿਆਂ ਤੋਂ ਮੰਗ ਕਰਨ ਦੀ ਪ੍ਰਕਿਰਿਆ ਨੂੰ ਹਿੱਤ ਸਪਸ਼ਟੀਕਰਨ ਜਿਹੜਾ ਹੈਗਾ ਵਾ ਕਿਹਾ ਜਾਂਦਾ ਹੈ। ਅੱਗੇ ਆਪਣਾ ਪ੍ਰੋਫੈਸਰ ਜਿਹੜੇ ਹੈਗੇ ਆ ਹਾਂਜੀ ਪ੍ਰੋਫੈਸਰ ਅਲਮੋਂਡ ਉੱਥੇ ਪ੍ਰੋਫੈਸਰ ਤਾਂ ਨਹੀਂ ਇੱਥੇ ਪਤਾ ਨਹੀਂ ਕੀ ਲਿਖਿਆ ਹੋਇਆ ਵਾ ਹਾਂਜੀ ਪ੍ਰੋਫੈਸਰ ਹੀ ਮੰਨ ਕੇ ਚਲੋ। प्रोफैसर आलमोंड के अनुसार राजनीतिक व्यवस्था की कोई एक विशेषता लिखो। तो देखो आलमंड के अनुसार हरेक राजनीतिक व्यवस्था विच मनुखा के दो आपसी स्थाई संबंध मिलते हैं। डेविड ईस्टन जिहड़े सीगे ठीक है जी प्रोफैसर नहीं इत्थे प्रश्न आ सॉरी इत्थे तां ही मैनूं भुलेखा पै गया कई बारी पै जांदा भुलेखा इत्थे प्रोफैसर नहीं लिखना हैगा। 16वां प्रश्न है तुहाडा 17वां प्रश्न है 18वां प्रश्न है। तो देखो की अपना बई प्रश्न डेविड ईस्टन के अनुसार राजनीतिक समुदाय का की अर्थ है। राजनीतिक समुदाय तो भाव अजिहे व्यक्तियों के समूह तो है जो समूहिक क्रियावां यत्नां द्वारा जिहड़ा हैगा वा अपनी समस्यावां नूं हल करन दा यतन करते हैं। राजनीतिक प्रणाली शब्द का प्रयोग सब तो पहला किस राजनीतिक विज्ञानी ने किया? डेविड ईस्टन ने। तुलनात्मक राजनीति का कोई एक परिभाषा लिखो। तो देखो कि अपना राल्फ ਜਿਹੜਾ ਹੈਗਾ ਦੋਸਤੋ ਆਪਣਾ ਬ੍ਰੇਬਾਂਟੀ ਦੇ ਅਨੁਸਾਰ ਤੁਲਨਾਤਮਕ ਰਾਜਨੀਤਿਕ ਸਾਰੀ ਸਮਾਜਿਕ ਅਵਸਥਾ ਵਿੱਚ ਉਹਨਾਂ ਵਿੱਚੋਂ ਜਿਹੜੀ ਹੈਗੀ ਤੱਥਾਂ ਦੀ ਜਾਣ ਪਹਿਚਾਣ ਅਤੇ ਵਿਆਖਿਆ ਹੈ ਜੋ ਤੱਥ ਉਹਨਾਂ ਸੰਸਥਾਵਾਂ ਅਤੇ ਉਹਨਾਂ ਦੇ ਕੰਮ ਨੂੰ ਪ੍ਰਭਾਵਿਤ ਕਰਦੇ ਹਨ। ਤੁਲਨਾਤਮਕ ਰਾਜਨੀਤਿਕ ਦੇ ਵਿਸ਼ੇ ਖੇਤਰ ਦਾ ਕੋਈ ਇੱਕ ਮੁੱਖ ਵਿਸ਼ਾ ਲਿਖੋ। ਤਾਂ ਵਿਭਿੰਨ ਦੇਸ਼ਾਂ ਦੀਆਂ ਸਰਕਾਰੀ ਸੰਸਥਾਵਾਂ ਦਾ ਜਿਹੜਾ ਹੈਗਾ ਵਾ ਅਧਿਐਨ। ਤੁਲਨਾਤਮਕ ਰਾਜਨੀਤੀ ਦੇ ਦੋ ਵਿਸ਼ੇਸ਼ਤਾਵਾਂ ਤਾਂ ਕੀਮਤ ਰਹਿਤ ਧਾਰਨਾ। तुलनात्मक राजनीति व्यवहारिक ਅਤੇ विज्ञानिक अध्ययन। तुलनात्मक राजनीति का कोई एक समस्या ਤਾਂ संयुक्त शब्दावली की कमी। उस तो बाद अपना है राजनीतिक संस्कृति का कोई एक तत्त लिखो। राजनीतिक मुल। राजनीतिक सभ्याचार का कोई एक मुख्य तौर पर जोड़ा हैगा वा तत्त लिखो। राजनीतिक सभ्याचार के दो मुख्य तत्त हैं राजनीतिक कदरां कीमतां ਅਤੇ राजनीतिक दृष्टिकोण। अगे अपना आलमंड के अनुसार राजनीतिक जिहड़े हैगे संस्कृति का कोई एक रूप लिखो। तो तंग या फिर सीमित संस्कृति। प्राचीन राजनीतिक संस्कृति का कोई एक रूप दसो। तो विचारतात्मक हाँ जी विचार की लिखा है दोस्तों अपना हाँ जी विचारधात्मक राजनीतिक संस्कृति। उस तो बाद अपना प्रश्न है राजनीतिक समाजीकरण के कोई दो साधन के नाम लिखो। तो इसका आंसर आएगा अपना परिवार और सिक्ख्या जिहड़ा हैगा वा संस्थावां। अगे अपना राजनीतिक समाजीकरण तो की भाव है? राजनीतिक समाजीकरण उस विधि का नाम है जिस द्वारा व्यक्ति जिहड़ा हैगा वा राजनीतिक प्रणाली के प्रति आचार व्यवहार सीखता है। राजनीतिक समाजीकरण दे जिहड़े हैगे अपने रूप लिखो। तो स्पष्ट राजनीतिक समाजीकरण गुप्त राजनीतिक समाजीकरण। राजनीतिक समाजीकरण की जिहड़ी हैगी प्रक्रिया विच संसार के साधना का महत्व। तो देखो की लिखा हुआ वा हाँ जी आकाशवाणी ਜਿਹੜੀ ਹੈਗੀ ਆ ਅਤੇ ਦੂਰਦਰਸ਼ਨ ਸੰਚਾਰ ਦੇ ਜਿਹੜੇ ਹੈਗੇ ਸਭ ਤੋਂ ਵੱਧ ਮਹੱਤਵਪੂਰਨ ਸਾਧਨ ਹਨ। ਇਹਨਾਂ ਸਾਧਨਾਂ ਜਿਹੜਾ ਹੈਗਾ ਵਾ ਦੁਆਰਾ ਅਨਪੜ੍ਹ ਜਿਹੜੇ ਹੈਗੇ ਅਵਿਕਸਿਤ ਅਤੇ ਹੋਰ ਸਾਰੇ ਲੋਕ ਨੂੰ ਦ੍ਰਿਸ਼ਟੀਕੋਣ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਹੈ। ਪਰਿਵਾਰ ਰਾਜਨੀਤਿਕ ਸਮਾਜੀਕਰਨ ਵਿੱਚ ਕੀ ਰੋਲ ਅਦਾ ਕਰਦਾ ਹੈ? ਪਰਿਵਾਰ ਵਿੱਚ ਜਿਹੜਾ ਹੈਗਾ ਵਾ ਬੱਚਾ ਜਿਹੜਾ ਹੈਗਾ ਵਾ ਆਗਿਆ ਪਾਲਣ ਸਹਿਨਸ਼ੀਲਤਾ ਅਨੁਸ਼ਾਸਨ ਆਦਿ ਗੁਣ ਸਿੱਖਦਾ ਹੈ। ਉਦਾਰਵਾਦ ਦੇ ਕੋਈ ਜਿਹੜੇ ਹੈਗੇ ਆ ਇੱਕ व्याख्याकार का नाम लिखो। तो इसका आंसर लिख लो लास्की TH ग्रीन। उदारवाद की एक परिभाषा तो सार्टोरी के अनुसार साधारण शब्दों में उदारवाद व्यक्ति सुतंत्रता न्यायिक सुरक्षा और संविधानिक राज का सिद्धांत और व्यवहार है। उदारवाद का कोई दो रूप लिखो। शास्त्रीय उदारवाद समकालीन उदारवाद। उस तो बाद अपना समकाली या फिर आधुनिक उदारवाद तो की भाव है? समकाली उदारवाद व्यक्ति के ਜਿਹੜੇ ਹੈਗੇ ਅਧਿਕਾਰਾਂ ਨੂੰ ਸਮਾਜ ਦੀ ਦੇਣ ਮੰਨਦੇ ਹਨ ਅਤੇ ਸਮਕਾਲੀ ਉਦਾਰਵਾਦ ਜਿਹੜੇ ਹੈਗਾ ਵਿਅਕਤੀ ਦੇ ਵਿਕਾਸ ਲਈ ਰਾਜ ਜਿਹੜੇ ਹੈਗੇ ਆਪਣੇ ਸਾਰੇ ਕੰਮ ਕਰਨ ਲਈ ਆਖਦਾ ਹੈ। ਪਰੰਪਰਾਵਾਦੀ ਉਦਾਰਵਾਦ ਤੋਂ ਕੀ ਭਾਵ ਹੈ? ਤਾਂ ਪਰੰਪਰਾਵਾਦੀ ਉਦਾਰਵਾਦ ਵਿਅਕਤੀਤਵ ਅਤੇ ਕੁਦਰਤੀ ਅਧਿਕਾਰਾਂ ਦਾ ਸਮਰਥਨ ਕਰਦਾ ਹੈ। ਕਾਰਲ ਮਾਰਕਸ ਦੀਆਂ ਪ੍ਰਸਿੱਧ ਰਚਨਾਵਾਂ ਦੇ ਨਾਂ ਲਿਖੋ। ਸਾਂਬਾ ਦੀ ਜਿਹੜਾ ਹੈਗਾ ਦੋਸਤੋ ਐਲਾਨਮ ਅਤੇ ਦਾਸ ਕੈਪੀਟਲ ਕਾਰਲ ਮਾਰਕਸ ਦੀਆਂ ਪ੍ਰਸਿੱਧ ਰਚਨਾਵਾਂ ਹਨ। ਅੱਗੇ ਆਪਣਾ ਦੋਸਤੋ ਦਵੰਦਵਾਦ
किस भाषा के किहड़े शब्द तो लिया गया है? तो द्वंद्ववाद लैटिन भाषा के जिहड़े हैगे शब्द डियो लिगो तो लिया गया है। मार्क्सवाद का एक आलोचना लिखो। मार्क्सवाद राज नूं खत्म करन दे जिहड़ा हैगा वा पक्ष विच है, परंतु यह संभव नहीं है। सामवाद के जन्मदाता कौन सन? तो कार्ल मार्क्स नूं सामवाद का जिहड़ा हैगा जन्मदाता मन्निया जाता है। सत्याग्रह का कोई एक विधि लिखो। तो असहयोग अते सिविल ना फरमानी। गांधी जी किस विद्वान नूं अपना राजनीतिक गुरु मानते सन? तो जिहड़े हैगे गांधी जी गोपाल कृष्ण गोखले नूं अपना राजनीतिक गुरु मानते सन। महात्मा गांधी जी द्वारा सत्याग्रह लई दसियां गई कोई दो विधियां लिखो। सब तो पहले हैगा नाम मिलवर्तन, फिर हैगा धरना देना। गांधी जी अनुसार सत्याग्रह दी कोई दो विशेषतावां लिखो। नैतिक शक्ति सत्याग्रह का आधार है। समाजिक भलाई सत्याग्रह का जिहड़ा हैगा उद्देश्य हुंदा है। गांधी जी दे जीवन के प्रभाव पाउण वाले दो धार्मिक ग्रंथां दे नाम लिखो। गीता ते बाइबल। सिविल ना फरमानी तो गांधी जी का की भाव सी? ब्रिटिश सरकार के जिहड़े हैगे गलत कानूनों नूं समूहिक तौर पर मनण तो इनकार करना, ये तुहाडा आंसर हो जाएगा। अगे हुण अपना देखते हैं प्रश्न की है। तो देखो की है नौकरशाही दी कोई एक परिभाषा लिखो। तो पाल जिहड़े हैगे आ, हाँ जी की लिखा दोस्तों, पाल एप्पल बाई अनुसार जिहड़ा हैगा वा कि नौकरशाही तकनीकी पक्ष तो सिੱਖਿਅਤ व्यक्तियों का जिहड़ा हैगा वा पेशावर वर्ग है, जिहड़ा दोस्तों की है हाँ जी जिहड़ा दोस्तों अपना तरतीबार हाँ जी तरतीब बार संगठित हुंदा है ਅਤੇ निरपक्ष रूप ਵਿੱਚ राज की सेवा करता है। नौकरशाही ਦੀਆਂ कोई दो विशेषतावां। नौकरशाही अधिकारियों का पेशावर ਅਤੇ ਜਿਹੜਾ ਹੈਗਾ ਨਿਪੁੰਨ वर्ग ਹੁੰਦਾ है। इसका कार्यकाल निश्चित ਹੁੰਦਾ है। नौकरशाही के दो गुण। तो नौकरशाही शासन ਨੂੰ स्थिरता प्रदान करती है। नौकरशाही का शासन ਜਿਹੜਾ ਹੈਗਾ योग ਤੇ आधारित है। ब्यूरोक्रेसी शब्द की ਜਿਹੜੀ ਹੈਗੀ किस भाषा तो लिया गया है? तो फ्रेंच भाषा तो। प्रत्यक्ष भर्ती तो की भाव है? प्रत्यक्ष भर्ती के अंतर्गत उम्मीदवारों की चोण खुले तौर पर की जाती है। भर्ती का अर्थ लिखो। भर्ती एक अजिही प्रक्रिया है जिस द्वारा जिहड़ा हैगा योग्य व्यक्तियों को खाली थां लई जिहड़ा हैगा आकर्षित करना है। प्रत्यक्ष चोणां प्रणालियां दे दो अवगुण यानी कि जिहड़ा हैगा वा जिहड़े डीमैरिट्स। तो देखो कि अपने आम नागरिक ਅਤੇ ਜਿਹੜਾ ਹੈਗਾ ਵਾ ਆਪਣੇ ਪ੍ਰਤੀਨਿਧੀਆਂ ਦੀ ਆਮ ਨਾਗਰਿਕ ਆਪਣੇ ਪ੍ਰਤੀਨਿਧੀਆਂ ਦੀ ਚੋਣ नहीं कर सकता है क्योंकि उस ਵਿੱਚ ਇੰਨੀ ਕੋਈ सूझबूझ नहीं है। तो दूसरा है अपना प्रत्यक्ष चोर प्रणाली खर्चीली प्रणाली है। देखो हुण अगला प्रश्न, नौकरशाही की सीधी भर्ती जिहड़ी हैगी आ सीधी भर्ती का कोई एक गुण दसो। नौकरशाही की सीधी भर्ती लोकतंत्रिक पदली ते आधारित है। मताधिकार का अर्थ वोट पाउणा ते अधिकार नूं मत अधिकार जिहड़ा हैगा वा कहा जाता है। बाल मत अधिकार बालग मत अधिकार तो भाव बालग व्यक्तियों नूं बिना किसी भेदभाव के मत अधिकार जिहड़ा हैगा देना है। बालग मत अधिकार दे पक्ष विच दो दलीलां दिओ। तो देखो कि अपना प्रजातंत्र विच सारे व्यक्ति बराबर मन्ने जाते हैं। ठीक है जी। बालग मताधिकार द्वारा चुनी गई सरकार वधेरे शक्तिशाली हुंदी है। बालग मताधिकार के विरुद्ध विच जिहड़ा हैगा वा एक दलील दिओ। तो देखो सारे व्यक्तियों नूं बराबर रूप नाल जिहड़ा हैगा वा अधिकार देना तर्कहीन है। महिला मत अधिकार तो तुहाडा की भाव है? महिला मत अधिकार का अर्थ है बिना किसी भेदभाव के महिला नूं मतदान का अधिकार देना। उस तो बाद है अपना प्रत्यक्ष चोर प्रणाली का जिहड़ा हैगा वा की अर्थ है? तो प्रत्यक्ष चोर प्रणाली देखो कि इत्थे जिस चोण प्रणाली विच मतदाता खुद अपने प्रतिनिधियों की चोण करते हैं उसनूं प्रत्यक्ष चोण प्रणाली कहते हैं या फिर डायरैक्ट जिहड़ा हैगा कहते हैं डायरैक्ट। अगे अपना प्रत्यक्ष चोण प्रणाली का एक जिहड़ा हैगा वा गुण लिखो। प्रत्यक्ष चोण प्रणाली ज़्यादा लोकतंत्रिक है। प्रत्यक्ष चोण प्रणाली के दो अवगुण। तो आम नागरिक प्रतिनिधियों की चोण नहीं कर सकता है क्योंकि उस विच इन्नी की सूझबूझ नहीं होंदी है। प्रत्यक्ष चोण प्रणाली खर्चीली होंदी है। अप्रत्यक्ष चोण प्रणाली का अर्थ की है दोस्तों इत्थे कि बई जद वह प्रतिनिधि जिन्हां दे हत्थ विच शासन सत्ता रहिंदी है, ठीक है जी, जनता द्वारा प्रत्यक्ष रूप नाल ना चुने जाण करके जनता दे चुने हुए प्रतिनिधि द्वारा जिहड़ा हैगा चुने जाते होण तां उस प्रणाली नूं अप्रत्यक्ष चोण प्रणाली कहा जाता है। जिवें कि प्रेसीडेंट दीआं वोटां अप्रत्यक्ष चोण प्रणाली द्वारा ही पैंदियां हन अपने भारत विच। बई अगला प्रश्न अपना कि संयुक्त चोण प्रणाली तो की भाव है? तो इस दे अधीन एक खेतर के सारे ही मतदाता भावें वो किसी भी जात नस्ल या फिर धर्म नाल संबंधित होण उन्हां दे नां एक ही मतदाता सूची विच हुंदे हन। ठीक है जी। तो वह संयुक्त तौर पर अपने प्रतिनिधि की चोण करते हैं।
ਜਨ ਸਹਿਭਾਗਤਾ ਦਾ ਕੀ ਅਰਥ ਹੈ? ਤਾਂ ਜਨ ਸਹਿਭਾਗਤਾ ਦਾ ਅਰਥ ਹੈ ਰਾਜਨੀਤਿਕ ਪ੍ਰਕਿਰਿਆ ਵਿੱਚ ਲੋਕਾਂ ਦੁਆਰਾ ਹਿੱਸਾ ਲੈਣਾ। ਅੱਗੇ ਆਪਣਾ ਕੀ ਇਸਤਰੀ ਮਤ ਅਧਿਕਾਰ ਜ਼ਰੂਰੀ ਹੈ? ਤਾਂ ਇਸਤਰੀਆਂ ਨੂੰ ਮਤ ਅਧਿਕਾਰ ਦਿੱਤਾ ਜਾਣਾ ਉਸੇ ਤਰ੍ਹਾਂ ਹੀ ਜ਼ਰੂਰੀ ਹੈ ਜਿਵੇਂ ਕਿ ਮਰਦਾਂ ਨੂੰ ਮਤ ਅਧਿਕਾਰ ਦਿੱਤਾ ਜਾਂਦਾ ਜ਼ਰੂਰੀ ਹੈ। ਇਸਤਰੀਆਂ ਦੀਆਂ ਆਪਣੀਆਂ ਸਮੱਸਿਆਵਾਂ ਹੁੰਦੀਆਂ ਹਨ, ਉਹ ਆਪਣੀ ਪਸੰਦ ਦਾ ਉਮੀਦਵਾਰ ਚੁਣ ਕੇ ਉਹਨਾਂ ਦਾ ਹੱਲ ਕਰ ਸਕਦੀਆਂ ਹਨ। ਗੁਪਤ ਮਤਦਾਨ ਤੋਂ ਕੀ ਭਾਵ ਹੈ? ਤਾਂ ਗੁਪਤ ਮਤਦਾਨ ਦੀ ਉਹ ਜਿਹੜੀ ਹੈਗੀ ਆ ਹਾਂਜੀ ਉਹ ਪੱਖ ਜਾਂ ਫਿਰ ਇੱਥੇ ਲਿਖਿਆ ਮਤਦਾਨ ਦੀ ਉਹ ਹੈ ਜਿਸ ਵਿੱਚ ਕਿਸੇ ਨੂੰ ਇਹ ਪਤਾ ਨਾ ਚੱਲੇ ਕਿ ਵੋਟ ਕਿਸ ਪੱਖ ਜਾਂ ਫਿਰ ਦੋਸਤੋ ਕਿਸ ਉਮੀਦਵਾਰ ਨੂੰ ਦਿੱਤਾ ਗਿਆ ਹੈ। ਠੀਕ ਹੈ ਜੀ, ਤਾਂ ਇਹਦਾ ਆਨਸਰ ਇਹ ਹੈ ਤੁਹਾਡਾ। ਤਾਂ ਇਹਦਾ ਆਨਸਰ ਦੋਸਤੋ ਤੁਸੀਂ ਬਸ ਇੱਥੇ ਆ ਲਿਖੋ ਜਿਵੇਂ ਕਿ ਗੁਪਤ ਮਤਦਾਨ, ਠੀਕ ਹੈ ਜੀ, ਉਹ ਮਤਦਾਨ ਹੈ ਜਿਸ ਵਿੱਚ ਕਿਸੇ ਨੂੰ ਇਹ ਪਤਾ ਨਹੀਂ ਚੱਲੇ ਕਿ ਵੋਟ ਕਿਸ ਪੱਖ ਜਾਂ ਫਿਰ ਕਿਸ ਉਮੀਦਵਾਰ ਨੂੰ ਦਿੱਤਾ ਗਿਆ ਹੈ। ਇਹ ਤੁਸੀਂ ਇਸ ਤਰ੍ਹਾਂ ਲਿਖ ਦਿਓ। ਅੱਗੇ ਦੋਸਤੋ ਆਪਣਾ ਨਿਰਵਾਚਕ ਮੰਡਲ ਤੋਂ ਕੀ ਭਾਵ ਹੈ? ਤਾਂ ਕੁੱਲ ਜਿਹੜੀ ਹੈਗੀ ਆ ਵਸੋਂ ਦਾ ਉਹ ਹਿੱਸਾ ਜੋ ਪ੍ਰਤੀਨਿਧੀਆਂ ਦੀ ਚੋਣ ਵਿੱਚ ਹਿੱਸਾ ਲੈਂਦਾ ਹੈ ਸਮੂਹਿਕ ਰੂਪ ਵਿੱਚ ਨਿਰਵਾਚਕ ਮੰਡਲ ਕਹਾਉਂਦਾ ਹੈ। ਅੱਗੇ ਜਨ ਸਹਿਭਾਗਤਾ ਦਾ ਕੀ ਮਹੱਤਤਾ ਹੈ? ਤਾਂ ਜਨ ਸਹਿਭਾਗਤਾ ਨਾਲ ਲੋਕਤੰਤਰ ਮਜ਼ਬੂਤ ਹੁੰਦਾ ਹੈ। ਭਾਰਤ ਵਿੱਚ ਕਿਹੜੇ ਦੋ ਚੋਣ ਅਪ੍ਰਤੱਖ ਢੰਗ ਨਾਲ ਕਰਵਾਏ ਜਾਂਦੇ ਹਨ? ਰਾਸ਼ਟਰਪਤੀ ਦੀ ਚੋਣ ਤੇ ਉਪ ਰਾਸ਼ਟਰਪਤੀ ਦੀ ਚੋਣ। ਇਸ ਦੀ ਇਸਤਰੀ ਮਤਾਧਿਕਾਰ ਦੇ ਪੱਖ ਵਿੱਚ ਕੋਈ ਇੱਕ ਤਰਕ ਦਿਓ। ਤਾਂ ਔਰਤ ਨੂੰ ਸਿਰਫ ਲਿੰਗ ਦੇ ਆਧਾਰ ਤੇ ਮਤਾਧਿਕਾਰ ਤੋਂ ਵੰਚਿਤ ਰੱਖਣਾ ਨਿਆਂ ਸੰਗਤ ਨਹੀਂ ਹੈ। ਉਸ ਤੋਂ ਬਾਅਦ ਜਿਹੜਾ ਹੈਗਾ ਲੋਕਮਤ ਦੀ ਇੱਕ ਪਰਿਭਾਸ਼ਾ ਲਿਖੋ। ਤਾਂ ਦੇਖੋ ਕੀ ਹੈ ਆਪਣਾ ਪ੍ਰੋਫੈਸਰ ਵਰਾਇਸ ਦੇ ਅਨੁਸਾਰ ਸਾਰੇ ਸਮਾਜ ਨਾਲ ਸੰਬੰਧਿਤ ਸਮੱਸਿਆਵਾਂ ਉੱਤੇ ਜਨਤਾ ਦੇ ਸਮੂਹਿਕ ਵਿਚਾਰਾਂ ਨੂੰ ਜਿਹੜਾ ਹੈਗਾ ਜਨਮਤ ਕਿਹਾ ਜਾਂਦਾ ਹੈ। ਸਿਹਤਮੰਦ ਲੋਕ ਜਿਹੜਾ ਹੈਗਾ ਮਤ ਕੀ ਲਿਖਿਆ ਦੋਸਤੋ ਆਪਣਾ ਸਿਹਤਮੰਦ ਲੋਕ ਮਤ ਦੇ ਨਿਰਮਾਣ ਦੀਆਂ ਕੋਈ ਦੋ ਰੁਕਾਵਟਾਂ ਦੱਸੋ। ਅਨਪੜ੍ਹਤਾ ਅਤੇ ਪੱਖਪਾਤੀ ਪ੍ਰੈਸ। ਲੋਕਮਤ ਕੀ ਹੈ? ਲੋਕਮਤ ਤੋਂ ਭਾਵ ਹੈ ਕਿ ਸਾਡਾ ਭਾਵ ਜਿਹੜਾ ਹੈਗਾ ਕੀ ਇਸ ਤੋਂ ਲੋਕਮਤ ਤੋਂ ਸਾਡਾ ਭਾਵ ਸਰਵਜਨਿਕ ਮਾਮਲਿਆਂ ਉੱਤੇ ਜਨਤਾ ਦੀ ਰਾਏ ਤੋਂ ਹੈ। ਲੋਕਮਤ ਦੀ ਜ਼ਰੂਰੀ ਤੱਤ ਕੀ ਨੇ? ਆਮ ਲੋਕਮਤ ਵਿੱਚ ਲੋਕਾਂ ਦੇ ਭਲੇ ਦੀ ਗੱਲ ਜ਼ਰੂਰੀ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਆਪਣਾ ਦੋ ਦਲੀ ਪ੍ਰਣਾਲੀ ਵਾਲੇ ਦੋ ਦੇਸ਼ਾਂ ਦੇ ਨਾਂ ਲਿਖੋ। ਇੰਗਲੈਂਡ ਅਤੇ ਅਮਰੀਕਾ ਦੋ ਦਲੀ ਪ੍ਰਣਾਲੀ ਪਾਈ ਜਾਂਦੀ ਹੈ ਉੱਥੇ। ਬਹੁਦਲ ਪ੍ਰਣਾਲੀ ਦਾ ਕੀ ਅਰਥ ਹੈ? ਜਿੱਥੇ ਤਿੰਨ ਜਾਂ ਫਿਰ ਤਿੰਨ ਤੋਂ ਵੱਧ ਰਾਜਨੀਤਿਕ ਦਲਾਂ ਦੀ ਹੋਂਦ ਹੋਵੇ ਉਸ ਪ੍ਰਣਾਲੀ ਨੂੰ ਬਹੁਦਲ ਪ੍ਰਣਾਲੀ ਦਾ ਨਾਂ ਦਿੱਤਾ ਜਾਂਦਾ ਹੈ। ਇੱਕ ਦਲੀ ਪ੍ਰਣਾਲੀ ਵਾਲੇ ਦੋ ਦੇਸ਼ਾਂ ਦੇ ਨਾਂ ਲਿਖੋ, ਚੀਨ ਤੇ ਕਿਊਬਾ। ਸੱਤਾਧਾਰੀ ਦਲ ਕਿਸ ਨੂੰ ਕਿਹਾ ਜਾਂਦਾ ਹੈ? ਸੱਤਾਧਾਰੀ ਦਲ ਉਸ ਨੂੰ ਕਿਹਾ ਜਾਂਦਾ ਹੈ ਜਿਸ ਨੇ ਚੋਣਾਂ ਤੋਂ ਬਾਅਦ ਸਰਕਾਰ ਬਣਾਈ ਹੋਵੇ। ਦੋ ਦਲੀ ਪ੍ਰਣਾਲੀ ਦਾ ਜਿਹੜਾ ਹੈਗਾ ਕੋਈ ਇੱਕ ਦੋਸ਼ ਜਿਹੜਾ ਹੈਗਾ ਲਿਖੋ। ਦੋ ਦਲੀ ਪ੍ਰਣਾਲੀ ਵਿੱਚ ਜਿਹੜਾ ਹੈਗਾ ਮੰਤਰੀ ਮੰਡਲ ਦੀ ਤਾਨਾਸ਼ਾਹੀ ਸਥਾਪਿਤ ਹੋ ਜਾਂਦੀ ਹੈ। ਰਾਜਨੀਤਿਕ ਦਲ ਦੀ ਜਿਹੜੀ ਹੈਗੀ ਲੋਕਤੰਤਰ ਦੀ ਜਾਨ ਕਹਾਉਂਦੇ ਹਨ। ਉਸ ਤੋਂ ਬਾਅਦ ਦੇਖੋ ਕੀ ਹੈ ਪ੍ਰਸ਼ਨ ਤੁਹਾਡਾ। ਰਾਜਨੀਤਿਕ ਦਲ ਅਤੇ ਦਬਾਅ ਸਮੂਹਾਂ ਦੇ ਵਿਚਕਾਰ ਇੱਕ ਅੰਤਰ ਲਿਖੋ। ਰਾਜਨੀਤਿਕ ਦਲ ਦਾ ਮੁੱਖ ਉਦੇਸ਼ ਰਾਜਨੀਤਿਕ ਸੱਤਾ ਪ੍ਰਾਪਤ ਕਰਨਾ ਹੈ, ਜਦ ਕਿ ਦਬਾਅ ਦਾ ਸਮੂਹ ਜਿਹੜਾ ਹੈਗਾ ਉਹਨਾਂ ਦਾ ਉਦੇਸ਼ ਸੱਤਾ ਪ੍ਰਾਪਤ ਕਰਨਾ ਨਹੀਂ ਹੈ। ਤਾਂ ਦੇਖੋ ਕਿ ਇਹ ਦਬਾਅ ਸਮੂਹ ਸਭ ਤੋਂ ਵੱਧ ਕਿਸ ਦੇਸ਼ ਵਿੱਚ ਪਾਏ ਜਾਂਦੇ ਹਨ? ਇੰਗਲੈਂਡ ਦੇ ਵਿੱਚ। ਦਬਾਅ ਸਮੂਹ ਦਾ ਲਾਭ ਲਿਖੋ। ਤਾਂ ਦਬਾਅ ਸਮੂਹ ਵਿਭਿੰਨ ਵਰਗਾਂ ਅਤੇ ਹਿੱਤਾਂ ਦੀ ਰੱਖਿਆ ਕਰਦੇ ਹਨ। ਕੋਈ ਦੋ ਮਜ਼ਦੂਰ ਸੰਘ ਦੇ ਨਾਂ ਲਿਖੋ। ਸਰਬ ਭਾਰਤੀ ਟ੍ਰੇਡ ਯੂਨੀਅਨ ਕਾਂਗਰਸ, ਭਾਰਤੀ ਮਜ਼ਦੂਰ ਸੰਘ। ਕੋਈ ਦੋ ਹਿੱਤ ਸਮੂਹਾਂ ਦੇ ਨਾਂ ਲਿਖੋ। ਸਰਬ ਭਾਰਤੀ ਇਸਤਰੀ ਸੰਮੇਲਨ, ਭਾਰਤੀ ਕਿਸਾਨ ਯੂਨੀਅਨ। ਉਸ ਤੋਂ ਬਾਅਦ ਜਿਹੜਾ ਹੈਗਾ ਆਪਣਾ ਪ੍ਰਸ਼ਨ ਦੇਖੋ ਕਿ ਇੱਥੇ ਭਾਰਤ ਦੁਆਰਾ ਸੰਸਦੀ ਪ੍ਰਣਾਲੀ ਦੀ ਚੋਣ ਕਰਨ ਦਾ ਇੱਕ ਜਿਹੜਾ ਹੈਗਾ ਕਾਰਨ। ਤਾਂ ਦੇਖੋ ਭਾਰਤ ਵਿੱਚ ਸੰਸਦੀ ਪ੍ਰਣਾਲੀ ਤੋਂ ਪਹਿਲਾਂ ਹੀ ਪ੍ਰਚਲਿਤ ਸੀ, ਠੀਕ ਹੈ ਜੀ। ਇਸੇ ਕਾਰਨ ਹੀ ਰਾਜਨੀਤਿਕ ਮਾਹਿਰਾਂ ਨੇ ਇਸ ਦਾ ਜਿਹੜਾ ਹੈਗਾ ਸਮਰਥਨ ਕੀਤਾ। ਤਾਂ ਇਹ ਤੁਹਾਡਾ ਆਨਸਰ ਹੋ ਜਾਏਗਾ। ਅੱਗੇ ਆਪਣਾ ਭਾਰਤੀ ਸੰਸਦ ਸ਼ਾਸਨ ਪ੍ਰਣਾਲੀ ਦੀ ਇੱਕ ਵਿਸ਼ੇਸ਼ਤਾ ਲਿਖੋ। ਤਾਂ ਕਾਰਜਪਾਲਿਕਾ ਵਿਧਾਨ ਮੰਡਲ ਤੇ ਪ੍ਰਤੀ ਉੱਤਰਦਾਈ ਹੁੰਦੀ ਹੈ। ਉਸ ਤੋਂ ਬਾਅਦ ਜਿਹੜਾ ਹੈਗਾ ਭਾਰਤ ਵਿੱਚ ਸੰਸਦੀ ਸਰਕਾਰ ਦੀ ਕੋਈ ਇੱਕ ਵਿਸ਼ੇਸ਼ਤਾ ਲਿਖੋ। ਤਾਂ ਭਾਰਤ ਵਿੱਚ ਕਾਰਜਪਾਲਿਕਾ ਅਤੇ ਵਿਧਾਨ ਪਾਲਿਕਾ ਵਿੱਚ ਨੇੜੇ ਦਾ ਸੰਬੰਧ ਪਾਇਆ ਜਾਂਦਾ ਹੈ। ਭਾਰਤੀ ਸੰਸਦ ਪ੍ਰਣਾਲੀ ਦੀ ਇੱਕ ਜਿਹੜਾ ਹੈਗਾ ਦੋਸ਼ ਲਿਖੋ। ਭਾਰਤ ਵਿੱਚ ਜਿਹੜੀ ਹੈਗੀ ਆ ਚੰਗੀਆਂ ਸੰਸਦੀ ਪਰੰਪਰਾਵਾਂ ਦੀ ਘਾਟ ਹੈ। ਭਾਰਤ ਵਿੱਚ ਨਾ ਮਾਤਰ ਕਾਰਜਪਾਲਿਕਾ ਪ੍ਰਧਾਨ ਕੌਣ ਹੈ? ਰਾਸ਼ਟਰਪਤੀ। ਭਾਰਤ ਲੋਕਤੰਤਰ ਨੂੰ ਜਾਤੀਵਾਦ ਕਿਵੇਂ ਪ੍ਰਭਾਵਿਤ ਕਰਦਾ ਹੈ? ਭਾਰਤੀ ਲੋਕਤੰਤਰ ਨੂੰ ਜਾਤੀਵਾਦ ਕਿਵੇਂ ਪ੍ਰਭਾਵਿਤ ਕਰਦਾ ਹੈ? ਤਾਂ ਚੋਣਾਂ ਵਿੱਚ ਜਿਹੜੀ ਹੈਗੀ ਹੈ ਜਾਤੀ ਦੇ ਨਾਂ ਤੇ ਲੋਕਾਂ ਤੋਂ ਵੋਟਾਂ ਮੰਗੀਆਂ ਜਾਂਦੀਆਂ ਹਨ। ਤਾਂ ਇਹ ਤੁਹਾਡਾ ਆਨਸਰ ਹੋ ਜਾਏਗਾ। ਉਸ ਤੋਂ ਬਾਅਦ ਹੈ ਆਪਣਾ ਪ੍ਰਸ਼ਨ ਕਿ ਸਮਾਜਿਕ ਅਸਮਾਨਤਾ ਭਾਰਤੀ ਲੋਕਤੰਤਰ ਲਈ ਕਿਸ ਪ੍ਰਕਾਰ ਦੀ ਸਮੱਸਿਆ ਹੈ? ਤਾਂ ਸਮਾਜਿਕ ਤੌਰ ਤੇ ਦੋਸਤੋ ਜਿਹੜੇ ਹੈਗੇ ਆ ਦੱਬੇ ਲੋਕ ਰਾਜਨੀਤਿਕ ਵਿੱਚ ਕਿਰਿਆਸ਼ੀਲ ਭੂਮਿਕਾ ਨਹੀਂ ਨਿਭਾ ਸਕਦੇ। ਭਾਰਤ ਵਿੱਚ ਅਨਪੜ੍ਹਤਾ ਦੇ
ਅਨਪੜ੍ਹਤਾ ਨੇ ਲੋਕਤੰਤਰ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ? ਅਨਪੜ੍ਹ ਵਿਅਕਤੀ ਆਪਣੀ ਵੋਟ ਦਾ ਉਚਿਤ ਜਿਹੜਾ ਹੈਗਾ ਪ੍ਰਯੋਗ ਨਹੀਂ ਕਰ ਸਕਦੇ ਹਨ। ਆਰਥਿਕ ਸਮਾਨਤਾ ਦਾ ਭਾਰਤੀ ਲੋਕਤੰਤਰ ਤੇ ਕੀ ਪ੍ਰਭਾਵ ਪਿਆ? ਤਾਂ ਇਹਦਾ ਆਨਸਰ ਦੇਖੋ ਦੋਸਤੋ ਤੁਹਾਡਾ ਕੀ ਇੱਥੇ, ਇਹਦਾ ਆਨਸਰ ਕੀ ਹੈਗਾ ਆਪਣਾ, ਰਾਜਨੀਤਿਕ ਸ਼ਕਤੀ ਪੂੰਜੀਪਤੀਆਂ ਦੇ ਹਿੱਤਾਂ ਵਿੱਚ ਕੇਂਦਰਿਤ ਹੋ ਕੇ ਰਹਿ ਗਈ। ਭਾਰਤ ਵਿੱਚ ਅਨਪੜ੍ਹਤਾ ਦੇ ਮੁੱਖ ਕਾਰਨ ਕੀ ਹੈ? ਵੱਧਦੀ ਹੋਈ ਜਨਸੰਖਿਆ ਤੇ ਗਰੀਬੀ। ਭਾਰਤ ਵਿੱਚ ਬੇਰੁਜ਼ਗਾਰੀ ਤੇ ਲੋਕਤੰਤਰ ਨੂੰ ਕਿਵੇਂ ਪ੍ਰਭਾਵਿਤ ਜਿਹੜੀ ਹੈਗੀ ਆ ਕੀਤਾ? ਠੀਕ ਹੈ ਜੀ, ਭਾਰਤ ਵਿੱਚ ਬੇਰੁਜ਼ਗਾਰੀ ਨੇ ਲੋਕਤੰਤਰ ਨੂੰ ਕਿਵੇਂ ਪ੍ਰਭਾਵਿਤ ਕੀਤਾ? ਤਾਂ ਉੱਤਰ ਕੀ ਇਹਦਾ, ਬੇਕਾਰ ਵਿਅਕਤੀ ਨੂੰ ਆਪਣੇ ਅਧਿਕਾਰਾਂ ਅਤੇ ਕਰਤੱਵਾਂ ਦੇ ਪਾਲਣਾ ਦੀ ਕੋਈ ਪਰਵਾਹ ਨਹੀਂ ਹੁੰਦੀ ਹੈ। ਠੀਕ ਹੈ ਜੀ, ਉਹ ਆਪਣੀ ਵੋਟ ਵੇਚ ਦਿੰਦਾ ਹੈ। ਠੀਕ ਹੈ ਜੀ, ਵੋਟ ਵੀ ਵੇਚ ਦਿੰਦਾ ਹੈ। ਜਾਤੀ ਹਿੰਸਾ ਦਾ ਕੀ ਅਰਥ ਹੈ? ਅੰਤਰਜਾਤੀ ਹਿੰਸਾ ਨੂੰ ਜਾਤੀ ਹਿੰਸਾ ਕਿਹਾ ਜਾਂਦਾ ਹੈ। ਸੰਸਦੀ ਸ਼ਾਸਨ ਪ੍ਰਣਾਲੀ ਵਿੱਚ ਮੰਤਰੀ ਮੰਡਲ ਨੂੰ ਕੌਣ ਭੰਗ ਕਰ ਸਕਦਾ ਹੈ? ਤਾਂ ਪ੍ਰਧਾਨ ਮੰਤਰੀ ਦੀ ਸਲਾਹ ਤੇ ਰਾਸ਼ਟਰਪਤੀ ਭੰਗ ਕਰ ਸਕਦਾ ਹੈ। ਭਾਰਤ ਵਿੱਚ ਹੁਣ ਤੱਕ ਜਿਹੜੇ ਹੈਗੇ ਆ 16 ਲੋਕ ਸਭਾ ਦੀਆਂ ਚੋਣਾਂ ਕਰਵਾਈਆਂ ਜਾ ਚੁੱਕੀਆਂ ਹਨ। ਠੀਕ ਹੈ, ਸੰਵਿਧਾਨ ਦੇ 86ਵੇਂ ਸੰਸ਼ੋਧਨ ਦੁਆਰਾ ਅਨੁਛੇਦ 21A ਮੁਫਤ ਅਤੇ ਜ਼ਰੂਰੀ ਸਿੱਖਿਆ ਦਾ ਪ੍ਰਬੰਧ ਕਰਦੀ ਹੈ। ਸਹੀ ਜਾਂ ਗਲਤ? ਸਹੀ। ਅੱਗੇ ਆਪਣਾ ਪੰਚਾਇਤੀ ਰਾਜ ਕੀ ਹੈ? ਤਾਂ ਪੰਚਾਇਤੀ ਰਾਜ ਉਸ ਵਿਵਸਥਾ ਨੂੰ ਕਹਿੰਦੇ ਹਨ ਜਿਸ ਦੇ ਦੁਆਰਾ ਪਿੰਡਾਂ ਦੇ ਲੋਕ ਆਪਣੇ ਪਿੰਡਾਂ ਦੇ ਪ੍ਰਸ਼ਾਸਨ ਅਤੇ ਵਿਕਾਸ ਲਈ ਖੁਦ ਆਪਣੀ ਇੱਛਾ ਅਨੁਸਾਰ ਅਤੇ ਜ਼ਰੂਰਤ ਅਨੁਸਾਰ ਜਿਹੜਾ ਹੈਗਾ ਕਰਨ ਦਾ ਅਧਿਕਾਰ ਦਿੱਤਾ ਹੈ। ਪੰਚਾਇਤੀ ਸਮਿਤੀ ਦਾ ਕਾਰਜਕਾਰੀ ਅਧਿਕਾਰੀ ਕੌਣ ਹੁੰਦਾ ਹੈ? ਬਲਾਕ ਜਿਹੜਾ ਹੈਗਾ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਪੰਚਾਇਤ ਸਮਿਤੀ ਦਾ ਕਾਰਜਕਾਰੀ ਅਧਿਕਾਰੀ ਹੁੰਦਾ ਹੈ। ਗ੍ਰਾਮ ਪੰਚਾਇਤ ਅਤੇ ਸਰਪੰਚ ਦੀ ਚੋਣ ਕਰਦਾ ਹੈ ਕੌਣ? ਤਾਂ ਦੋਸਤੋ ਗ੍ਰਾਮ ਪੰਚਾਇਤ ਅਤੇ ਸਰਪੰਚ ਦੀ ਚੋਣ ਗ੍ਰਾਮ ਸਭਾ ਦੁਆਰਾ ਜਿਹੜੀ ਹੈਗੀ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਹੈ ਨਗਰ ਪਾਲਿਕਾ ਦੀ ਚੋਣ ਕਿੰਨੇ ਸਮੇਂ ਲਈ ਹੁੰਦੀ ਹੈ? ਨਗਰ ਪਾਲਿਕਾ ਦੀ ਚੋਣ 5 ਸਾਲ ਲਈ ਹੁੰਦੀ ਹੈ। ਗ੍ਰਾਮ ਪੰਚਾਇਤ ਦੇ ਮੈਂਬਰਾਂ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ? ਗ੍ਰਾਮ ਪੰਚਾਇਤ ਦੇ ਮੈਂਬਰਾਂ ਦੀ ਚੋਣ ਜਿਹੜੀ ਹੈਗੀ ਗ੍ਰਾਮ ਸਭਾ ਦੇ ਮੈਂਬਰਾਂ ਦੁਆਰਾ ਪ੍ਰਤੱਖ ਚੋਣ ਨਾਲ ਕੀਤੀ ਜਾਂਦੀ ਹੈ। ਪੰਚਾਇਤੀ ਰਾਜ ਦੇ ਅਧੀਨ ਪੰਜਾਬ ਪੰਚਾਇਤੀ ਰਾਜ ਦਾ ਸਭ ਤੋਂ ਉੱਪਰੀ ਅਤੇ ਨਿਚਲੀ ਸੰਸਥਾ ਦਾ ਜਿਹੜਾ ਹੈਗਾ ਵਾ ਨਾਂ ਲਿਖੋ। ਤਾਂ ਸਭ ਤੋਂ ਉੱਪਰਲੀ ਸੰਸਥਾ ਜ਼ਿਲ੍ਹਾ ਪਰਿਸ਼ਦ ਅਤੇ ਨਿਚਲੀ ਸੰਸਥਾ ਜਿਹੜੀ ਹੈਗੀ ਆ ਗ੍ਰਾਮ ਸਭਾ ਹੈ। ਠੀਕ ਹੈ ਜੀ, ਭਾਰਤ ਦਲ ਪ੍ਰਣਾਲੀ ਦੀ ਮੁੱਖ ਵਿਸ਼ੇਸ਼ਤਾ ਕੀ ਹੈ? ਤਾਂ ਭਾਰਤੀ ਦਲ ਪ੍ਰਣਾਲੀ ਬਹੁਦਲੀ ਹੈ। ਠੀਕ ਹੈ, ਤੇ ਉਸ ਤੋਂ ਬਾਅਦ ਭਾਰਤ ਵਿੱਚ 2 ਰਾਸ਼ਟਰੀ ਰਾਜਨੀਤਿਕ ਦਲਾਂ ਦੇ ਨਾਂ ਲਿਖੋ। ਭਾਰਤੀ ਰਾਸ਼ਟਰੀ ਕਾਂਗਰਸ, ਭਾਰਤੀ ਜਨਤਾ ਪਾਰਟੀ। ਭਾਰਤ ਵਿੱਚ ਪਾਏ ਜਾਣ ਵਾਲੇ ਕੋਈ 2 ਖੇਤਰੀ ਦਲਾਂ ਦੇ ਨਾਂ ਲਿਖੋ। ਇੰਡੀਅਨ ਨੈਸ਼ਨਲ ਲੋਕ ਦਲ, ਸ਼੍ਰੋਮਣੀ ਅਕਾਲੀ ਦਲ। ਬਹੁਜਨ ਸਮਾਜ ਪਾਰਟੀ ਦੀ ਸਥਾਪਨਾ ਕਦੋਂ ਹੋਈ? 14 ਅਪ੍ਰੈਲ 1984 ਵਿੱਚ। ਕਾਂਗਰਸ ਪਾਰਟੀ ਦੀ ਚੋਣ ਚਿੰਨ੍ਹ ਕੀ ਹੈ? ਤਾਂ ਦੋਸਤੋ ਇਹ ਤਾਂ ਆਪ ਸਭ ਨੂੰ ਪਤਾ ਹੈ, ਕਾਂਗਰਸ ਦਾ ਹੱਥ ਹੈ ਯਾਨੀ ਕਿ ਪੰਜਾ। ਭਾਰਤ ਵਿੱਚ ਜਿਹੜਾ ਹੈਗਾ ਵਾ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਹੈਗਾ ਵਾ ਚੋਣ ਚਿੰਨ੍ਹ ਕੀ ਹੈ? ਤਾਂ ਉਸਦਾ ਹੈ ਦੋਸਤੋ ਕਮਲ ਦਾ ਫੁੱਲ ਬੀਜੇਪੀ ਦਾ। ਬਹੁਜਨ ਸਮਾਜ ਪਾਰਟੀ ਦਾ ਚੋਣ ਚਿੰਨ੍ਹ ਕੀ ਹੈ? BSP ਦਾ। ਤਾਂ ਦੋਸਤੋ ਹਾਥੀ। ਭਾਰਤੀ ਕਮਿਊਨਿਸਟ ਪਾਰਟੀ ਪੂੰਜੀਵਾਦ ਵਿਚਾਰਧਾਰਾ ਦਾ ਸਮਰਥਨ ਕਰਦੀ ਹੈ। ਠੀਕ ਜਾਂ ਗਲਤ? ਤਾਂ ਇਹ ਤੁਹਾਡਾ ਗਲਤ ਹੈ। ਅੱਗੇ ਆਪਣਾ ਚੋਣ ਆਯੋਗ ਦਾ ਕੀ ਕੰਮ ਹੈ? ਤਾਂ ਚੋਣ ਆਯੋਗ ਦਾ ਮੁੱਖ ਕੰਮ ਸੰਸਦ ਅਤੇ ਰਾਜ ਵਿਧਾਨ ਸਭਾ ਦੀਆਂ ਚੋਣਾਂ ਕਰਵਾਉਣਾ ਅਤੇ ਉਹਨਾਂ ਦੀ ਸੂਚੀ ਤਿਆਰ ਕਰਵਾਉਣਾ ਹੈ। ਮੁੱਖ ਚੋਣ ਕਮਿਸ਼ਨਰ ਦਾ ਨਾਂ ਲਿਖੋ। ਤਾਂ ਇਸ ਦਾ ਆਨਸਰ ਹੈ ਆਪਣਾ ਸੈਯਦ ਨਸੀਮ ਅਹਿਮਦ ਜੈਦੀ ਮੁੱਖ ਚੋਣ ਕਮਿਸ਼ਨਰ ਹੈ। ਭਾਰਤ ਵਿੱਚ ਚੋਣ ਪ੍ਰਕਿਰਿਆਵਾਂ ਦੀਆਂ 2 ਵਿਵਸਥਾਵਾਂ ਦੇ ਨਾਂ ਦੱਸੋ। ਤਾਂ ਚੋਣ ਖੇਤਰ ਨਿਸ਼ਚਿਤ ਕਰਨਾ ਅਤੇ ਵੋਟਰ ਸੂਚੀ ਬਣਾਉਣਾ। ਜਨ ਸਹਿਭਾਗਤਾ ਤੋਂ ਕੀ ਭਾਵ ਹੈ? ਜਨ ਸਹਿਭਾਗਤਾ ਦਾ ਅਰਥ ਹੈ ਲੋਕਾਂ ਦੁਆਰਾ ਰਾਜਨੀਤਿਕ ਪ੍ਰਕਿਰਿਆ ਵਿੱਚ ਭਾਗ ਲੈਣਾ। ਮਤਦਾਨ ਵਿਵਹਾਰ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਲਿਖੋ। ਤਾਂ ਜਾਤੀ ਤੇ ਧਰਮ। ਉਸ ਤੋਂ ਬਾਅਦ ਜਿਹੜਾ ਹੈਗਾ ਵਾ ਆਪਣਾ ਪ੍ਰਸ਼ਨ ਕਿ ਭਾਰਤ ਵਿੱਚ ਮਤਦਾਨ ਵਿਵਹਾਰ ਦਾ ਆਧਾਰ ਕੀ ਹੈ? ਵੋਟ ਜਿਹੜਾ ਹੈਗਾ ਵਾ ਕੌਣ ਪਾ ਸਕਦਾ ਹੈ? ਇਸ ਦਾ ਆਨਸਰ ਆਏਗਾ ਆਪਣਾ ਕਿ ਭਾਰਤ ਵਿੱਚ ਜਿਹੜਾ ਹੈਗਾ ਵਾ ਸਰਵਭੌਮਿਕ ਮਤਾਧਿਕਾਰ ਦਾ ਸਿਧਾਂਤ ਹੈ। ਭਾਰਤ ਵਿੱਚ 18 ਸਾਲ ਦਾ ਨਾਗਰਿਕ ਵੋਟ ਪਾ ਸਕਦਾ ਹੈ। ਠੀਕ ਹੈ ਜੀ, ਭਾਰਤ ਵਿੱਚ ਕਿਹੜੇ ਜਿਹੜੇ ਹੈਗੇ ਆ 2 ਚੋਣ ਪ੍ਰਤੱਖ ਢੰਗ ਨਾਲ ਕਰਵਾਏ ਜਾਂਦੇ ਹਨ? ਲੋਕ ਸਭਾ ਦੀਆਂ ਚੋਣਾਂ, ਵਿਧਾਨ ਸਭਾ ਦੀਆਂ ਚੋਣਾਂ। ਵਿਧਾਨ ਸਭਾ ਦੀਆਂ CM ਦੀਆਂ, ਲੋਕ ਸਭਾ ਦੀਆਂ ਜਿਹੜੀ PM ਦੀ ਹੁੰਦੀਆਂ ਨੇ। ਚੋਣ ਵਿੱਚ ਸਫਲ ਉਮੀਦਵਾਰ ਨੂੰ ਜਿਹੜਾ ਹੈਗਾ ਪ੍ਰਤੀਨਿਧੀ ਕਿਹਾ ਜਾਂਦਾ ਹੈ। ਰਾਸ਼ਟਰੀ ਏਕੀਕਰਨ ਦਾ ਕੀ ਅਰਥ ਹੈ? ਤਾਂ ਰਾਸ਼ਟਰੀ ਏਕੀਕਰਨ ਜਿਹੜਾ ਹੈਗਾ ਦੋਸਤੋ ਇੱਕ ਹੀ ਦੇਸ਼ ਵਿੱਚ ਰਹਿਣ ਵਾਲੇ ਭਿੰਨ ਸੰਸਕ੍ਰਿਤੀਆਂ ਦੇ ਲੋਕਾਂ ਵਿੱਚ ਹੀ ਇੱਕ ਰਾਸ਼ਟਰ ਨਾਲ ਸੰਬੰਧਿਤ ਹੋਣ ਦੀ ਭਾਵਨਾ ਨੂੰ ਵਿਕਸਿਤ ਕਰਨਾ ਹੀ ਰਾਸ਼ਟਰੀ ਜਿਹੜਾ ਹੈਗਾ ਵਾ ਏਕੀਕਰਨ ਦਾ ਵਾਸਤਵਿਕ ਅਰਥ ਹੈ। ਰਾਸ਼ਟਰੀ ਏਕੀਕਰਨ ਦਾ ਕੋਈ ਇੱਕ ਪਰਿਭਾਸ਼ਾ ਲਿਖੋ। ਤਾਂ ਮਾਈਨਰ ਵਿਨਰ ਦੇ ਅਨੁਸਾਰ, ਠੀਕ ਹੈ ਜੀ, ਮਾਈਨਰ ਵਿਨਰ ਦੇ ਅਨੁਸਾਰ ਰਾਸ਼ਟਰੀ ਏਕੀਕਰਨ ਦੀ ਧਾਰਨਾ ਦਾ ਭਾਵ ਖੇਤਰੀ ਰਾਸ਼ਟਰੀਅਤਾ ਖੇਤਰੀ ਰਾਸ਼ਟਰੀਅਤਾ ਦੀ ਅਜਿਹੀ ਭਾਵਨਾ ਵਿਕਸਿਤ ਕਰਨਾ ਹੈ ਜੋ ਹੋਰ ਵਰਗੀ ਨਿਸ਼ਠਾਵਾਂ ਨੂੰ ਖਤਮ ਕਰਦੀ ਹੈ। ਠੀਕ ਹੈ ਜੀ, ਜਾਂ ਫਿਰ ਉਹਨਾਂ ਛੋਟੀਆਂ ਨਿਸ਼ਠਾਵਾਂ ਤੋਂ ਸ੍ਰੇਸ਼ਟ ਹੁੰਦੀ ਹੈ। ਭਾਰਤ ਵਿੱਚ ਰਾਸ਼ਟਰੀ ਏਕੀਕਰਨ ਦੇ 2 ਪੱਖ ਦੇ ਨਾਂ ਲਿਖੋ। ਤਾਂ ਦੇਖੋ ਸਭ ਤੋਂ ਪਹਿਲਾਂ ਕੀ ਹੈ ਆਪਣਾ ਰਾਜਨੀਤਿਕ ਪੱਖ ਤੇ ਸਮਾਜਿਕ ਪੱਖ।
ਰਾਜਨੀਤਿਕ ਏਕੀਕਰਨ ਦੇ ਆਰਥਿਕ ਪੱਖ ਦਾ ਕੀ ਅਰਥ ਹੈ? ਰਾਸ਼ਟਰੀ ਏਕੀਕਰਨ ਦੇ ਆਰਥਿਕ ਪੱਖ ਦਾ ਅਰਥ ਇਹ ਹੈ ਕਿ ਭਾਰਤ ਦੇ ਵੱਖ-ਵੱਖ ਖੇਤਰਾਂ ਦਾ ਜਿਹੜਾ ਹੈਗਾ ਵਾ ਅਸੰਤੁਲਿਤ ਆਰਥਿਕ ਵਿਕਾਸ ਨਾ ਹੋਵੇ, ਸਗੋਂ ਸਾਰੇ ਖੇਤਰਾਂ ਦਾ ਉਚਿਤ ਅਤੇ ਸੰਤੁਲਿਤ ਵਿਕਾਸ ਹੋਵੇ। ਰਾਸ਼ਟਰੀ ਏਕੀਕਰਨ ਦੇ ਸਮਾਜਿਕ ਪੱਖ ਦਾ ਕੀ ਅਰਥ ਹੈ? ਰਾਸ਼ਟਰੀ ਏਕੀਕਰਨ ਦੇ ਸਮਾਜਿਕ ਪੱਖ ਦਾ ਜਿਹੜਾ ਹੈਗਾ ਵਾ ਪ੍ਰਤੱਖ ਸੰਬੰਧ ਭਾਰਤੀ ਸਮਾਜ ਵਿੱਚ ਸਦੀਆਂ ਤੋਂ ਚੱਲੀ ਆ ਰਹੀ ਰਾਜ ਜਾਤੀ ਪ੍ਰਥਾ ਤੋਂ ਹੈ। ਜਦ ਜਾਤੀ ਦੇ ਆਧਾਰ ਤੇ ਮਨੁੱਖ ਦੇ ਨਾਲ ਪੱਖਪਾਤ ਕੀਤਾ ਜਾਵੇ ਤਾਂ ਅਜਿਹੀ ਸਥਿਤੀ ਨੂੰ ਰਾਸ਼ਟਰੀ ਏਕੀਕਰਨ ਦੇ ਸਮਾਜਿਕ ਪੱਖ ਦਾ ਪ੍ਰਤੀਕ ਹੁੰਦੀ ਹੈ। ਰਾਸ਼ਟਰੀ ਏਕੀਕਰਨ ਦੇ ਰਸਤੇ ਵਿੱਚ ਆਉਣ ਵਾਲੀਆਂ ਦੋ ਰੁਕਾਵਟਾਂ ਦੇ ਜਿਹੜੇ ਹੈਗੇ ਨਾਂ ਲਿਖੋ ਤਾਂ ਸੰਪਰਦਾਇਕਤਾ ਤੇ ਜਾਤੀਵਾਦ। ਭਾਰਤ ਵਿੱਚ ਜਿਹੜਾ ਹੈਗਾ ਵਾ ਰਾਸ਼ਟਰੀ ਏਕੀਕਰਨ ਦੇ ਵਿਕਾਸ ਲਈ ਕੋਈ ਇੱਕ ਸੁਝਾਅ ਲਿਖੋ, ਗਰੀਬੀ ਅਤੇ ਬੇਰੁਜ਼ਗਾਰੀ ਦੂਰ ਕਰਨਾ। ਉਸ ਤੋਂ ਬਾਅਦ ਹੈ ਆਪਣਾ ਰਾਸ਼ਟਰੀ ਏਕੀਕਰਨ ਪਰਿਸ਼ਦ ਕੀ ਹੈ? ਰਾਸ਼ਟਰੀ ਏਕੀਕਰਨ ਪਰਿਸ਼ਦ ਇੱਕ ਅਜਿਹੀ ਸੰਸਥਾ ਹੈ ਜਿਸ ਦਾ ਉਦੇਸ਼ ਭਾਰਤ ਵਿੱਚ ਰਾਸ਼ਟਰੀ ਏਕੀਕਰਨ ਦੇ ਵਿਕਾਸ ਲਈ ਜਿਹੜਾ ਹੈਗਾ ਵਾ ਯਤਨ ਕਰਨਾ ਹੈ। ਉਸ ਤੋਂ ਬਾਅਦ ਹੈ ਧਰਤੀ ਦੇ ਪੁੱਤਰਾਂ ਦੇ ਸਿਧਾਂਤ ਤੋਂ ਕੀ ਭਾਵ ਹੈ? ਧਰਤੀ ਦੇ ਪੁੱਤਰਾਂ ਦੇ ਸਿਧਾਂਤ ਤੋਂ ਕੀ ਭਾਵ ਹੈ? ਤਾਂ ਧਰਤੀ ਦੇ ਪੁੱਤਰਾਂ ਦੇ ਸਿਧਾਂਤ ਤੋਂ ਭਾਵ ਹੈ ਆਪਣੇ ਹੀ ਰਾਜ ਦੇ ਲੋਕਾਂ ਨੂੰ ਰੁਜ਼ਗਾਰ ਆਦਿ ਦੇ ਮੌਕਿਆਂ ਵਿੱਚ ਪਹਿਲ ਦੇਣਾ। ਅੱਗੇ ਆਪਣਾ ਮਾਓਵਾਦੀ ਹਿੰਸਾ ਨੇ ਰਾਸ਼ਟਰੀ ਏਕੀਕਰਨ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ? ਮਾਓਵਾਦੀ ਆਪਣੀਆਂ ਹਿੰਸਾਤਮਕ ਗਤੀਵਿਧੀਆਂ ਨਾਲ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਨੂੰ ਖਤਰਾ ਪੈਦਾ ਕਰਦੇ ਹਨ। ਇਨਸਾਨੀ ਬਿਰਾਦਰੀ ਨਾਂ ਦੀ ਸੰਸਥਾ ਦਾ ਸੰਸਥਾਪਕ ਕੌਣ ਸੀ? ਤਾਂ ਅਬਦੁਲ ਗਫਾਰ ਖਾਂ। ਰਾਸ਼ਟਰੀ ਏਕੀਕਰਨ ਪਰਿਸ਼ਦ ਦਾ ਨਿਰਮਾਣ ਕਦੋਂ ਹੋਇਆ? 1961 ਈਸਵੀ ਦੇ ਵਿੱਚ। ਅੱਗੇ ਆਪਣਾ ਦੋਸਤੋ ਭਾਰਤ ਵਿੱਚ ਵਿਦੇਸ਼ ਨੀਤੀ ਦੇ ਕੋਈ ਦੋ ਮੁੱਢਲੇ ਸਿਧਾਂਤ ਲਿਖੋ ਤਾਂ ਗੁੱਟ ਨਿਰਲੇਪਤਾ ਤੇ ਪੰਚਸ਼ੀਲ। ਪੰਚਸ਼ੀਲ ਦੇ ਦੋ ਮੁੱਖ ਸਿਧਾਂਤ ਇੱਕ ਦੂਸਰੇ ਦੀ ਖੇਤਰੀ ਅਖੰਡਤਾ ਤੇ ਪ੍ਰਭੂ ਸੱਤਾ ਦਾ ਆਪਸੀ ਸਨਮਾਨ। ਕਿਸੇ ਰਾਸ਼ਟਰੀ ਨੂੰ ਦੂਸਰੇ ਰਾਸ਼ਟਰ ਦੇ ਹਮਲਾ ਨਹੀਂ ਕਰਨਾ ਚਾਹੀਦਾ ਹੈ। ਇਹ ਹੋ ਗਿਆ। ਅੱਗੇ ਹੈ ਭਾਰਤ ਵਿੱਚ ਆਪਣੇ ਗੁਆਂਢੀ ਦੇਸ਼ਾਂ ਦੇ ਜਿਹੜਾ ਹੈਗਾ ਪ੍ਰਤੀ ਕੀ ਨੀਤੀ ਹੈ? ਭਾਰਤ ਵਿੱਚ ਆਪਣੇ ਗੁਆਂਢੀਆਂ ਦੇ ਪ੍ਰਤੀ ਮਿੱਤਰਤਾ ਅਤੇ ਸਹਿਯੋਗ ਦੀ ਨੀਤੀ ਅਪਣਾਈ ਹੈ। ਪੰਚਸ਼ੀਲ ਤੋਂ ਤੁਸੀਂ ਕੀ ਸਮਝਦੇ ਹੋ? ਤਾਂ ਦੇਖੋ ਵੈਰੀ ਇੰਪੋਰਟੈਂਟ ਪ੍ਰਸ਼ਨ। ਪੰਚਸ਼ੀਲ ਉਹਨਾਂ ਪੰਜ ਸਿਧਾਂਤਾਂ ਦਾ ਸਮੂਹ ਹੈ ਜਿਸ ਦਾ ਵਰਣਨ 1954 ਵਿੱਚ ਭਾਰਤ ਤੇ ਚੀਨ ਦੇ ਵਿੱਚ ਹੋਏ ਇੱਕ ਸਮਝੌਤੇ ਦੀ ਪ੍ਰਸਤਾਵਨਾ ਵਿੱਚ ਕੀਤਾ ਗਿਆ ਸੀ। ਉਸ ਤੋਂ ਬਾਅਦ ਹੈ ਆਪਣਾ ਕਿ ਸੰਯੁਕਤ ਰਾਸ਼ਟਰ ਦੇ ਦੋ ਅੰਗਾਂ ਦੇ ਨਾਂ ਲਿਖੋ ਤਾਂ ਮਹਾਸਭਾ ਤੇ ਸੁਰੱਖਿਆ ਪਰਿਸ਼ਦ। ਸੰਯੁਕਤ ਰਾਸ਼ਟਰ ਦੀ ਇੱਕ ਮਹੱਤਵਪੂਰਨ ਵਿਸ਼ਿਸ਼ਟ ਏਜੰਸੀ ਦਾ ਨਾਂ ਲਿਖੋ ਅੰਤਰਰਾਸ਼ਟਰੀ ਮਜ਼ਦੂਰ ਸੰਗਠਨ। ਸੰਯੁਕਤ ਰਾਸ਼ਟਰ ਦੀ ਸਥਾਪਨਾ ਕਦੋਂ ਹੋਈ? ਤਾਂ ਸੰਯੁਕਤ ਰਾਸ਼ਟਰ ਦੀ ਸਥਾਪਨਾ ਜਿਹੜੀ ਹੈਗੀ ਆ ਦੇਖ ਸਕਦੇ ਹੋ 24 ਅਕਤੂਬਰ 1945 ਨੂੰ ਕੀਤੀ ਗਈ। ਸੰਯੁਕਤ ਰਾਸ਼ਟਰ ਦੀ ਜਿਹੜੀ ਹੈਗੀ ਕੰਮ ਕਰ ਚੁੱਕੇ ਕਿਸੇ ਇੱਕ ਭਾਰਤੀ ਦਾ ਨਾਂ ਲਿਖੋ। ਸ਼੍ਰੀਮਤੀ ਵਿਜੇ ਲక్ష్ਮੀ ਪੰਡਿਤ ਸੰਯੁਕਤ ਰਾਸ਼ਟਰ ਮਹਾਸਭਾ ਦੀ ਪ੍ਰਧਾਨਗੀ ਕਰ ਚੁੱਕੀ ਹੈ। ਸੰਯੁਕਤ ਰਾਸ਼ਟਰ ਦੇ ਮਹਾਸਚਿਤ ਦਾ ਕੀ ਨਾਂ ਹੈ? ਸੰਯੁਕਤ ਰਾਸ਼ਟਰ ਦੇ ਮਹਾਸਚਿਵ ਦਾ ਨਾਂ ਸ਼੍ਰੀ ਬਾਨ ਕੀ ਮੂਨ ਹੈ। ਮਨੁੱਖੀ ਅਧਿਕਾਰ ਦਿਵਸ ਜਿਹੜਾ ਹੈਗਾ ਵਾ ਹਰ ਸਾਲ ਕਦੋਂ ਮਨਾਇਆ ਜਾਂਦਾ ਹੈ? 10 ਦਸੰਬਰ ਨੂੰ। ਸਾਰਕ ਦੀ ਸਥਾਪਨਾ ਜਿਹੜੀ ਹੈਗੀ ਕਦੋਂ ਕੀਤੀ ਗਈ? ਤਾਂ 1985 ਦੇ ਵਿੱਚ। ਸਾਰਕ ਦਾ ਪੂਰਾ ਨਾਂ ਕੀ ਹੈ? ਸਾਰਕ ਦੱਖਣੀ ਏਸ਼ੀਆ ਖੇਤਰੀ ਸਹਿਯੋਗ ਸੰਘ ਹੈ। ਠੀਕ ਹੈ ਜੀ। ਤੇ ਸਾਰਕ ਦੇਸ਼ ਵਿੱਚ ਕਿਹੜਾ ਦੇਸ਼ ਹੈ? ਸਾਰਕ ਦੇਸ਼ ਵਿੱਚ ਕਿਹੜਾ ਦੇਸ਼ ਹੈ ਜਿਸ ਦੀਆਂ ਹੱਦਾਂ ਸਾਰੇ ਹੀ ਸਾਰਕ ਦੇਸ਼ਾਂ ਨਾਲ ਲੱਗਦੀਆਂ ਹਨ? ਤਾਂ ਭਾਰਤ ਦੀਆਂ ਹੱਦਾਂ ਸਾਰੇ ਹੀ ਸਾਰਕ ਦੇਸ਼ਾਂ ਨਾਲ ਲੱਗਦੀਆਂ ਹਨ। ਸਾਰਕ ਵਿੱਚ ਸ਼ਾਮਿਲ ਦੇਸ਼ਾਂ ਦੇ ਨਾਂ ਭਾਰਤ, ਪਾਕਿਸਤਾਨ, ਸ਼੍ਰੀਲੰਕਾ, ਨੇਪਾਲ, ਭੂਟਾਨ, ਬੰਗਲਾਦੇਸ਼, ਠੀਕ ਹੈ ਜੀ, ਮਾਲਦੀਪ ਅਤੇ ਜਿਹੜਾ ਹੈਗਾ ਅਫਗਾਨਿਸਤਾਨ। ਅਫਗਾਨਿਸਤਾਨ ਸਾਰਕ ਦਾ ਮੈਂਬਰ ਕਦੋਂ ਬਣਿਆ ਸੀ? ਅਪ੍ਰੈਲ 2007 ਵਿੱਚ ਭਾਰਤ ਵਿੱਚ ਹੋਏ 14ਵੇਂ ਸਾਰਕ ਸਿਖਰ ਸੰਮੇਲਨ ਵਿੱਚ ਸਾਰਕ ਦਾ ਮੈਂਬਰ ਬਣਾਇਆ ਗਿਆ। ਉਸ ਤੋਂ ਬਾਅਦ ਜਿਹੜਾ ਹੈਗਾ ਪ੍ਰਸ਼ਨ ਕੀ ਹੈ? ਸਾਰਕ ਦੱਖਣ ਏਸ਼ੀਆਈ ਦੇਸ਼ ਦਾ ਸੰਗਠਨ ਹੈ। ਠੀਕ ਜਾਂ ਗਲਤ? ਠੀਕ। ਸਨ 1971 ਵਿੱਚ ਭਾਰਤ ਪਾਕਿਸਤਾਨ ਯੁੱਧ ਦੇ ਸਮੇਂ ਭਾਰਤ ਦਾ ਪ੍ਰਧਾਨ ਮੰਤਰੀ ਕੌਣ ਸੀ? ਤਾਂ ਸਨ 1971 ਵਿੱਚ ਭਾਰਤ ਪਾਕਿਸਤਾਨ ਯੁੱਧ ਦੇ ਸਮੇਂ ਭਾਰਤ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਸਨ। ਸ਼ਿਮਲਾ ਸਮਝੌਤਾ ਕਦੋਂ ਹੋਇਆ? ਸ਼ਿਮਲਾ ਸਮਝੌਤਾ ਜਿਹੜਾ ਹੈਗਾ ਵਾ ਸਨ 1972 ਦੇ ਵਿੱਚ ਹੋਇਆ। ਸ਼ਿਮਲਾ ਸਮਝੌਤਾ ਕਿਹੜੇ ਦੋ ਦੇਸ਼ਾਂ ਵਿਚਕਾਰ ਹੋਇਆ? ਭਾਰਤ ਪਾਕਿਸਤਾਨ ਦੇ ਵਿੱਚ। ਮੈਕਮੋਹਨ ਰੇਖਾ ਕੀ ਹੈ? ਤਾਂ ਮੈਕਮੋਹਨ ਰੇਖਾ ਭਾਰਤ ਅਤੇ ਚੀਨ ਦੀ ਹੱਦ ਨਿਰਧਾਰਿਤ ਕਰਦੀ ਹੈ ਜਿਸ ਨੂੰ ਸਨ 1914 ਵਿੱਚ ਨਿਸ਼ਚਿਤ ਕੀਤਾ ਗਿਆ। ਭਾਰਤ ਚੀਨ ਸੰਬੰਧ ਦਾ ਇੱਕ ਉਦਾਹਰਣ ਦਿਓ ਤਾਂ ਸ਼੍ਰੀ ਰਾਜੀਵ ਗਾਂਧੀ ਨੇ ਸਨ 1988 ਵਿੱਚ ਚੀਨ ਦੀ ਯਾਤਰਾ ਕੀਤੀ। ਤੇ ਤਾਸ਼ਕੰਦ ਸਮਝੌਤਾ ਕਿਹੜੇ ਦੋ ਦੇਸ਼ਾਂ ਵਿਚਾਲੇ ਹੋਇਆ? ਭਾਰਤ ਅਤੇ ਪਾਕਿਸਤਾਨ। ਭਾਰਤ ਪਾਕਿਸਤਾਨ ਸੰਬੰਧਾਂ ਦਾ ਕੀ ਭਵਿੱਖ ਹੈ? ਉਦਾਹਰਣ ਲਿਖੋ। ਭਾਰਤ ਪਾਕਿਸਤਾਨ ਦਾ ਸੰਬੰਧ ਜਿਹੜਾ ਹੈਗਾ ਵਾ ਭਵਿੱਖ ਉਜਲ ਨਹੀਂ ਹੈ ਕਿਉਂਕਿ ਪਾਕਿਸਤਾਨ ਲਗਾਤਾਰ ਭਾਰਤ ਵਿੱਚ ਅੱਤਵਾਦੀ ਗਤੀਵਿਧੀਆਂ ਕਰਵਾਉਂਦਾ ਰਹਿੰਦਾ ਹੈ। ਭਾਰਤ ਪਾਕਿਸਤਾਨ ਵਿਚਕਾਰ ਤਣਾਅ ਦਾ ਇੱਕ ਕਾਰਨ ਲਿਖੋ। ਭਾਰਤ ਪਾਕਿਸਤਾਨ ਸੰਬੰਧ ਦਾ ਵਿੱਚ ਤਣਾਅ ਦਾ ਇੱਕ ਮਹੱਤਵਪੂਰਨ ਕਾਰਨ ਕਸ਼ਮੀਰ ਦਾ ਮਾਮਲਾ ਹੈ। ਭਾਰਤ ਪਾਕਿਸਤਾਨ ਸੰਬੰਧ ਦਾ ਭਵਿੱਖ ਕੀ ਹੈ? ਤਾਂ ਭਾਰਤ ਪਾਕਿਸਤਾਨ ਸੰਬੰਧ ਦਾ ਭਵਿੱਖ ਉਜਵਲ ਨਹੀਂ ਹੈ। ਬੰਗਲਾਦੇਸ਼ ਦੀ ਸਥਾਪਨਾ ਕਦੋਂ ਹੋਈ? ਤਾਂ ਸਨ 1971 ਦੇ ਵਿੱਚ
ਬੰਗਲਾਦੇਸ਼ ਦੀ ਸਥਾਪਨਾ ਹੋਈ। ਤਾਸ਼ਕੰਦ ਸਮਝੌਤਾ ਕੀ ਹੈ? ਤਾਂ ਤਾਸ਼ਕੰਦ ਸਮਝੌਤਾ ਜਿਹੜਾ ਹੈਗਾ ਵਾ ਦੋਸਤੋ ਸਨ 1965 ਵਿੱਚ ਭਾਰਤ ਪਾਕਿਸਤਾਨ ਯੁੱਧ ਦੇ ਬਾਅਦ ਜਨਵਰੀ 1966 ਵਿੱਚ ਹੋਇਆ। ਅੱਗੇ ਆਪਣਾ ਲਿਟੇ ਤੋਂ ਕੀ ਭਾਵ ਹੈ? ਤਾਂ ਲਿਟੇ ਦਾ ਜਿਹੜਾ ਹੈਗਾ ਪੂਰਾ ਨਾਮ ਲਿਬਰੇਸ਼ਨ ਟਾਈਗਰ ਆਫ ਤਾਮਿਲ ਇਲਮ ਹੈ, ਜਿਸ ਦੀ ਸਥਾਪਨਾ ਸ਼੍ਰੀਲੰਕਾ ਵਿੱਚ ਤਮਿਲਾਂ ਦੀ ਤਮਿਲਾਂ ਦੀ ਸੁਤੰਤਰਤਾ ਅਤੇ ਅਧਿਕਾਰਾਂ ਦੀ ਰੱਖਿਆ ਲਈ ਕੀਤੀ ਗਈ। ਪੰਚਸ਼ੀਲ ਤੋਂ ਕੀ ਭਾਵ ਹੈ? ਭਾਰਤ ਚੀਨ ਦੇ ਵਿੱਚ ਸਨ 1954 ਵਿੱਚ ਪੰਚਸ਼ੀਲ ਦੇ ਸਿਧਾਂਤਾਂ ਦਾ ਨਿਰਮਾਣ ਕੀਤਾ ਗਿਆ, ਜਿਸ ਦਾ ਅਰਥ ਹੈ ਸ਼ਾਂਤੀ ਦੇ ਲਈ 5 ਸਿਧਾਂਤਾਂ ਦਾ ਜਿਹੜਾ ਹੈਗਾ ਵਾ ਪਾਲਣਾ ਕਰਨਾ। ਪਾਕਿਸਤਾਨ ਦੇ ਵਰਤਮਾਨ ਰਾਸ਼ਟਰਪਤੀ ਦਾ ਨਾਮ ਲਿਖੋ। ਤਾਂ ਇਹਦਾ ਹੈ ਦੋਸਤੋ ਆਪਣਾ ਮਮਨੂਨ ਹੁਸੈਨ। ਠੀਕ ਹੈ ਜੀ। ਭਾਰਤ ਅਤੇ ਚੀਨ ਵਿੱਚ ਪੰਚਸ਼ੀਲ ਸਮਝੌਤਾ ਕਦੋਂ ਹੋਇਆ? 1954 ਵਿੱਚ। ਅਗਲਾ ਦੋਸਤੋ ਤੁਹਾਡਾ ਹੈ ਕਿ ਭਾਰਤ ਅਮਰੀਕਾ ਪਰਮਾਣੂ ਜਿਹੜਾ ਹੈਗਾ ਵਾ ਸੰਧੀ ਕਦੋਂ ਹੋਈ? ਤਾਂ ਭਾਰਤ ਅਮਰੀਕਾ ਪਰਮਾਣੂ ਸੰਧੀ 11 ਅਕਤੂਬਰ 2008 ਨੂੰ ਹੋਈ। ਭਾਰਤ ਅਮਰੀਕਾ ਦੇ ਵਿੱਚ ਸਬੰਧ ਦਾ ਵਰਣਨ ਕਰੋ। ਵਰਤਮਾਨ ਸਮੇਂ ਵਿੱਚ ਭਾਰਤ ਅਤੇ ਅਮਰੀਕਾ ਦੇ ਨੇਤਾਵਾਂ ਦੁਆਰਾ ਲਗਾਤਾਰ ਇੱਕ ਦੂਸਰੇ ਦੀ ਯਾਤਰਾ ਅਤੇ ਸੰਧੀ ਸਮਝੌਤੇ ਕਰਨ ਨਾਲ ਦੋਵਾਂ ਦੇਸ਼ਾਂ ਦੇ ਸੰਬੰਧ ਚੰਗੇ ਬਣ ਰਹੇ ਹਨ। ਭਾਰਤ ਅਤੇ ਰੂਸ ਸੰਬੰਧ ਵਿੱਚ ਜਿਹੜਾ ਹੈਗਾ ਵਾ ਤਣਾਅ ਦਾ ਕਾਰਨ ਭਾਰਤ ਅਤੇ ਰੂਸ ਸੰਬੰਧਾਂ ਵਿੱਚ ਤਣਾਅ ਦਾ ਕਾਰਨ ਭਾਰਤ ਅਤੇ ਰੂਸ ਸੰਬੰਧਾਂ ਵਿੱਚ ਤਣਾਅ ਦਾ ਮੁੱਖ ਕਾਰਨ ਰੂਸ ਦੁਆਰਾ ਭਾਰਤ ਨੂੰ ਜਿਹੜਾ ਹੈਗਾ ਵਾ ਕਾਰਯੋਜਨਿਕ ਇੰਜਨ ਨਾ ਦੇਣਾ। ਠੀਕ ਹੈ ਜੀ। ਅਮਰੀਕਾ ਦਾ ਜਿਹੜਾ ਹੈਗਾ ਗੁੱਟ ਨਿਰਪੇਖਤਾ ਦੀ ਨੀਤੀ ਤੇ ਪ੍ਰਤੀ ਦ੍ਰਿਸ਼ਟੀਕੋਣ ਕੀ ਸੀ? ਤਾਂ ਇਹਦਾ ਆਨਸਰ ਹੈ ਅਮਰੀਕਾ ਨੇ ਗੁੱਟ ਨਿਰਪੇਖਤਾ ਦੀ ਨੀਤੀ ਨੂੰ ਕਦੇ ਪਸੰਦ ਨਹੀਂ ਕੀਤਾ। ਉਸ ਤੋਂ ਬਾਅਦ ਜਿਹੜਾ ਹੈਗਾ ਵਾ ਦੇਖੋ ਕੀ ਹੈ, ਭਾਰਤ ਪਾਕਿਸਤਾਨ ਦੇ ਯੁੱਧ ਵਿੱਚ ਅਮਰੀਕਾ ਦਾ ਦ੍ਰਿਸ਼ਟੀਕੋਣ ਕੀ ਸੀ? ਤਾਂ 1965 ਦੇ ਯੁੱਧ ਵਿੱਚ ਭਾਵੇਂ ਅਮਰੀਕਾ ਨੇ ਪ੍ਰਤੱਖ ਤੌਰ ਤੇ ਕਿਸੇ ਵੀ ਪੱਖ ਨਹੀਂ ਲਿਆ। ਠੀਕ ਹੈ ਜੀ। ਕਿਸੇ ਵੀ ਦੇਸ਼ ਦਾ ਪੱਖ ਨਹੀਂ ਲਿਆ, ਪਰੰਤੂ ਅਪ੍ਰਤੱਖ ਤੌਰ ਤੇ ਉਹ ਪਾਕਿਸਤਾਨ ਦੇ ਨਾਲ ਸੀ। 1971 ਵਿੱਚ ਭਾਰਤ ਪਾਕਿਸਤਾਨ ਯੁੱਧ ਵਿੱਚ ਅਮਰੀਕਾ ਦਾ ਦ੍ਰਿਸ਼ਟੀਕੋਣ ਕੀ ਸੀ? ਤਾਂ ਦੇਖੋ ਕੀ ਹੈ ਆਪਣਾ ਦ੍ਰਿਸ਼ਟੀਕੋਣ ਸੀ ਜਿਹੜਾ ਹੈਗਾ 1971 ਦੇ ਭਾਰਤ ਪਾਕਿਸਤਾਨ ਯੁੱਧ ਵਿੱਚ ਅਮਰੀਕਾ ਨੇ ਪੂਰਨ ਤੌਰ ਤੇ ਪਾਕਿਸਤਾਨ ਦਾ ਸਮਰਥਨ ਕੀਤਾ। ਉਸ ਤੋਂ ਬਾਅਦ ਦੋਸਤੋ ਪ੍ਰਸ਼ਨ ਕੀ ਇੱਥੇ ਆਪਣਾ CTBT ਦਾ ਅਰਥ ਕੀ ਹੈ? ਤਾਂ ਦੋਸਤੋ ਜ਼ਿਆਦਾ ਪ੍ਰੀਖਣ ਪ੍ਰਤੀ ਵੱਧ ਸੰਧੀ। ਨਿਸ਼ਤਰੀਕਰਨ ਤੋਂ ਕੀ ਭਾਵ ਹੈ? ਨਿਸ਼ਤਰੀਕਰਨ ਦਾ ਅਰਥ ਹੈ ਕਿ ਸ਼ਾਂਤੀ ਵੱਲ ਲੈ ਜਾਂਦਾ ਹੈ। ਨਿਸ਼ਤਰੀਕਰਨ ਦਾ ਕੀ ਅਰਥ ਹੈ? ਠੀਕ ਹੈ ਜੀ। ਨਿਸ਼ਤਰੀਕਰਨ ਦੀ ਜ਼ਰੂਰਤ ਸੀਗੀ ਬਈ ਨਿਸ਼ਤਰੀਕਰਨ ਦੀ ਕੀ ਜ਼ਰੂਰਤ ਹੈ? ਨਿਸ਼ਤਰੀਕਰਨ ਦੀ ਜਿਹੜਾ ਹੈਗਾ ਵਾ ਸ਼ਾਂਤੀ ਵੱਲ ਲੈ ਜਾਂਦਾ ਹੈ। ਨਿਸ਼ਤਰੀਕਰਨ ਦਾ ਕੀ ਅਰਥ ਹੈ? ਨਿਸ਼ਤਰੀਕਰਨ ਦਾ ਅਰਥ ਸਰੀਰਕ ਹਿੰਸਾ ਦੇ ਪ੍ਰਯੋਗ ਦੇ ਸਾਰੇ ਹੀ ਭੌਤਿਕ ਅਤੇ ਮਨੁੱਖੀ ਸਾਧਨਾਂ ਦੇ ਖਾਤਮੇ ਤੋਂ ਹੈਗਾ ਵਾ। ਅਗਲਾ ਆਪਣਾ ਪ੍ਰਸ਼ਨ ਹੈ ਵਿਸ਼ਵੀਕਰਨ ਦਾ ਅਰਥ ਲਿਖੋ। ਤਾਂ ਵਿਸ਼ਵੀਕਰਨ ਤੋਂ ਭਾਵ ਕਿਸੇ ਵਸਤੂ ਸੇਵਾ ਪੂੰਜੀ ਜਾਂ ਅਤੇ ਭੌਤਿਕ ਜਿਹੜੀ ਹੈਗੀ ਆ ਸੰਪਦਾ ਦਾ ਇੱਕ ਦੇਸ਼ ਦੂਸਰੇ ਦੇਸ਼ਾਂ ਨਾਲ ਬਿਨਾਂ ਰੁਕਾਵਟ ਦੇ ਆਦਾਨ ਪ੍ਰਦਾਨ। ਮਨੁੱਖੀ ਅਧਿਕਾਰ ਦਾ ਆਯੋਗ ਦੇ 2 ਕੰਮ ਲਿਖੋ। ਤਾਂ ਮਨੁੱਖੀ ਅਧਿਕਾਰ ਦੀ ਉਲੰਘਣਾ ਦੀ ਜਾਂਚ ਪੜਤਾਲ ਕਰਨਾ। ਮਨੁੱਖੀ ਅਧਿਕਾਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਸਿਫਾਰਿਸ਼ ਕਰਨਾ। ਵਿਸ਼ਵ ਵਪਾਰ ਸੰਗਠਨ ਦਾ ਨਿਰਮਾਣ ਕਿਉਂ ਹੋਇਆ? ਤਾਂ ਵਿਸ਼ਵ ਵਪਾਰ ਸੰਗਠਨ ਦਾ ਨਿਰਮਾਣ ਮੈਂਬਰ ਦੇਸ਼ਾਂ ਵਿੱਚ ਵਪਾਰ ਨਾਲ ਸੰਬੰਧਿਤ ਨਿਯਮਾਂ ਦਾ ਨਿਰਮਾਣ ਕਰਨ ਲਈ ਕੀਤਾ ਗਿਆ। ਭਾਰਤ ਦਾ ਨਿਸ਼ਤਰੀਕਰਨ ਦੇ ਪ੍ਰਤੀ ਕੀ ਦ੍ਰਿਸ਼ਟੀਕੋਣ ਹੈ? ਭਾਰਤ ਪੂਰਨ ਤੌਰ ਤੇ ਨਿਸ਼ਤਰੀਕਰਨ ਦੇ ਪੱਖ ਵਿੱਚ ਹੈ। ਅੱਗੇ ਦੋਸਤੋ ਨੋਟ ਲਿਖਿਆ ਹੋਇਆ ਤਾਂ ਦੇਖੋ ਕੀ ਲਿਖਿਆ ਇਹਨਾਂ ਨੇ। ਭਾਗ ਕੱਕੇ 'ਚ ਤੁਹਾਨੂੰ ਜਿਹੜੇ ਹੈਗੇ ਆ 35 ਵਸਤੂ ਪ੍ਰਸ਼ਨ ਆਉਣਗੇ, ਜਿਹਨਾਂ 'ਚ ਦੋਸਤੋ ਖਾਲਿਸਤਾਨ, ਬਹੁ ਵਿਕਲਪੀ, 1-1 ਅੰਕ ਵਾਲੇ ਪ੍ਰਸ਼ਨ, 2-2 ਅੰਕ ਵਾਲੇ ਪ੍ਰਸ਼ਨ ਵੀ ਹੋ ਸਕਦੇ ਹਨ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਜਿਹੜਾ ਹੈਗਾ ਵਾ ਇਹ ਸਾਰੇ ਜਿਹੜੇ ਹੈਗੇ ਸਿਲੇਬਸ ਤੋਂ ਹੀ ਆਉਣਗੇ। ਇਹਨਾਂ ਦੀ ਅੱਛੀ ਤਰ੍ਹਾਂ ਜਿਹੜੀ ਹੈਗੀ ਤਿਆਰੀ ਕਰ ਲਵੋ। ਠੀਕ ਹੈ ਜੀ। ਇਹਦੇ ਵਿੱਚ ਜਿਹੜੇ ਹੈਗੇ ਤੁਹਾਨੂੰ ਨੰਬਰ ਅੱਛੇ ਆ ਸਕਦੇ ਆ ਇਹਨਾਂ ਦੇ ਵਿੱਚੋਂ। ਉਸ ਤੋਂ ਬਾਅਦ ਦੋਸਤੋ ਹੁਣ ਜੇ ਗੱਲ ਕਰੀਏ ਤੁਹਾਡਾ ਇਹ ਦਿੱਤਾ ਹੋਇਆ ਵਾ ਆਪਣਾ ਕਿ ਬਈ ਆਹ ਵਾਲਾ ਪ੍ਰਸ਼ਨ ਨੇ ਤੁਹਾਡੇ ਹੁਣ। ਇਸ ਤੋਂ ਬਾਅਦ ਦੋਸਤੋ ਤੁਹਾਡੇ ਜਿਹੜੇ ਹੈਗੇ ਆ ਪਾਰਟ A ਦੇ ਹੈ ਪ੍ਰਸ਼ਨ ਹੋਰ ਨੇ ਸੈਕਸ਼ਨ B ਦੇ। ਤਾਂ ਦੇਖ ਲਓ ਸ਼ਾਰਟ ਆਨਸਰ ਟਾਈਪ ਕੁਐਸਚਨ ਹੇਠ ਲਿਖੇ ਪ੍ਰਸ਼ਨਾਂ ਵਿੱਚ ਕੋਈ 5 ਪ੍ਰਸ਼ਨ ਕਰੋ। ਹਰੇਕ ਪ੍ਰਸ਼ਨ ਦਾ ਉੱਤਰ ਜਿਹੜਾ ਹੈਗਾ 50-60 ਸ਼ਬਦਾਂ ਵਿੱਚ ਦਿਓ। ਤਾਂ ਦੇਖੋ ਇਹਦੇ ਵਿੱਚ ਪ੍ਰਸ਼ਨ ਜਿਹੜੇ ਹੈਗੇ ਜਿਵੇਂ ਕਿ ਰਾਜਨੀਤਿਕ ਪ੍ਰਣਾਲੀ ਦਾ ਅਰਥ, ਹਿੱਤ ਸਮੂਹੀਕਰਨ, ਕੁਝ ਪ੍ਰਸ਼ਨ ਆਪਾਂ ਕਰ ਲਏ ਹਨ ਉੱਪਰ, ਜਿਵੇਂ ਕਿ ਤੁਹਾਨੂੰ ਪਤਾ ਹੀ ਹੋਣਾ। ਰਾਜ ਅਤੇ ਰਾਜਨੀਤਿਕ ਵਿੱਚ ਕੋਈ 3 ਅੰਤਰ ਦੱਸੋ। ਫੀਡਬੈਕ ਲੂਪ ਵਿਵਸਥਾ ਤੋਂ ਤੁਹਾਡਾ ਕੀ ਭਾਵ ਹੈ? ਰਾਜਨੀਤਿਕ ਪ੍ਰਣਾਲੀ ਦੇ 3 ਨਿਕਾਸ ਕਾਰਜ ਲਿਖੋ। ਰਾਜਨੀਤਿਕ ਪ੍ਰਣਾਲੀ ਦੇ 3 ਨਿਵੇਸ਼ ਕੰਮਾਂ ਦਾ ਵਰਣਨ ਕਰੋ। ਤਾਂ ਦੋਸਤੋ ਇਹ ਅਨਸੋਲਵ ਨੇ। ਇਹਨਾਂ ਨੇ ਕਿਹਾ ਹੋਇਆ ਕਿ ਪਹਿਲੇ ਚੈਪਟਰ ਵਿੱਚੋਂ ਛੋਟਾ ਜਾਂ ਫਿਰ ਵੱਡਾ ਪ੍ਰਸ਼ਨ ਜ਼ਰੂਰ ਆਵੇਗਾ। ਇਹਨਾਂ ਪ੍ਰਸ਼ਨਾਂ ਨੂੰ ਤੁਸੀਂ ਆਪਣੀ ਗਾਈਡ ਵਿੱਚੋਂ ਤਿਆਰ ਕਰ ਲਓ, ਜ਼ਰੂਰ ਇਸ ਨੂੰ ਦੇਖ ਲਵੋ। ਤਾਂ ਦੋਸਤੋ ਇਹ ਅਨਸੋਲਵ ਨੇ। ਅਗਰ ਤੁਹਾਡੇ ਜ਼ਿਆਦਾ ਤੋਂ ਜ਼ਿਆਦਾ ਕਮੈਂਟ ਆਉਣਗੇ ਤਾਂ ਮੈਂ ਪਾਰਟ 2 ਲੈ ਕੇ ਆਊਂਗਾ। ਪਾਰਟ 2 ਦੇ ਵਿੱਚ ਜਿਹੜੇ ਅਨਸੋਲਵ ਪ੍ਰਸ਼ਨ ਨੇ ਜਿਹੜੇ ਆਪਣੇ ਨਹੀਂ ਹੋਏ ਨੇ ਹਨ,
ठीक है जी। तो इसनों आपां सॉल्व करके तुहाडी रिविजन करा दांगे, ठीक है जी। अगर तुहाडे ज़्यादा तो ज़्यादा कमेंट आउंदे आ तां ये भी तुसीं आह देख सकदे हो प्रश्न। जद तक फिलहाल तुसीं अपनी गाइड दे विचों ही करो इसनूं। उदारवाद, मार्क्सवाद अते महात्मा गांधी दे राजनीतिक विचार। उदारवाद तो तुहाडा की भाव है? समकाली उदारवाद किस नूं कहंदे हन? उदारवाद दे विरुद्ध ਤਿੰਨ दलीलां दो। मार्क्सवाद की है? ਕਾਰਲ ਮਾਰਕਸ ਦੀਆਂ 3 ਰਚਨਾਵਾਂ ਦੇ ਨਾਂ। ਕਾਰਲ ਮਾਰਕਸ ਦਾ ਜਿਹੜਾ ਹੈਗਾ ਵਰਗ ਸਿਧਾਂਤ ਕੀ ਲਿਖੋ। ਕਾਰਲ ਮਾਰਕਸ ਦੇ ਵਾਧੂ ਮੁੱਲ ਦਾ ਸਿਧਾਂਤ। ਕਾਰਲ ਮਾਰਕਸ ਨੇ ਵਰਗਹੀਣ ਸਮਾਜ ਤੋਂ ਕੀ ਭਾਵ ਹੈ? ਸੱਤਿਆਗ੍ਰਹਿ ਤੋਂ ਗਾਂਧੀ ਜੀ ਦਾ ਕੀ ਭਾਵ ਹੈ? ਸੱਤਿਆਗ੍ਰਹਿ ਦੀਆਂ ਵਿਧੀਆਂ ਦੇ ਨਾਂ ਦੱਸੋ, ਠੀਕ ਹੈ ਜੀ। ਆਹ ਪ੍ਰਸ਼ਨ ਸਾਰੇ ਹੀ ਤੁਸੀਂ ਆਪਣੀ ਗਾਈਡ ਦੇ ਵਿੱਚੋਂ ਕਰ ਲਓ, ਵੈਰੀ ਇੰਪੋਰਟੈਂਟ ਹੈਗੇ ਆ। ਜਿਵੇਂ ਕਿ ਸ਼ਿਓਰ ਲਿਖਿਆ ਹੋਇਆ ਜਿਹਦੇ ਵਿੱਚ, ਆਹ ਤਾਂ ਛੱਡੋ ਹੀ ਨਾ, ਠੀਕ ਹੈ ਜੀ। ਤਾਂ ਤੁਸੀਂ ਆਹ ਸਾਰੇ ਹੀ ਪ੍ਰਸ਼ਨ ਦੇਖ ਲਵੋ ਇੱਕ ਵਾਰੀ, ਜਿਵੇਂ ਕਿ, ਠੀਕ ਹੈ। ਤਾਂ ਮੈਂ ਜਿਵੇਂ ਕਿ ਅੱਗੇ ਪਿੱਛੇ ਕਰ ਰਿਹਾ ਵਾਂ। ਉਸ ਤੋਂ ਬਾਅਦ ਦੋਸਤੋ ਦਲ ਪ੍ਰਣਾਲੀ ਅਤੇ ਹਿੱਤ ਸਮੂਹ ਦੇ ਵਿੱਚੋਂ ਤੁਹਾਡੇ ਪ੍ਰਸ਼ਨ ਦਿੱਤੇ ਹੋਏ ਹਨ ਆਹ ਵਾਲੇ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਪਾਰਟ ਬੀ ਦੇ ਪ੍ਰਸ਼ਨ ਦਿੱਤੇ ਹਨ। ਸੰਸਦੀ ਸਰਕਾਰ ਤੋਂ ਕੀ ਭਾਵ ਹੈ? ਸਮੂਹਿਕ ਜ਼ਿੰਮੇਵਾਰੀ ਤੋਂ ਤੁਹਾਡਾ ਕੀ ਭਾਵ ਹੈ? ਠੀਕ ਹੈ। ਗ੍ਰਾਮ ਪੰਚਾਇਤ ਬਾਰੇ, ਛਾਉਣੀ ਬੋਰਡ ਬਾਰੇ ਕੀ ਹੁੰਦਾ ਹੈ? ਠੀਕ ਹੈ ਜੀ। ਤਾਂ ਇਹ ਸਾਰੇ ਹੀ ਪ੍ਰਸ਼ਨ ਤੁਸੀਂ ਦੇਖ ਸਕਦੇ ਹੋ। ਬਾਲਕ ਮਦਦਗਾਰ ਤੋਂ ਤੁਹਾਡਾ ਕੀ ਭਾਵ ਹੈ? ਪ੍ਰਤੱਖ ਚੋਣ ਪ੍ਰਣਾਲੀ ਤੋਂ ਤੁਹਾਡਾ ਕੀ ਭਾਵ ਹੈ? ਇਹ ਅਸੀਂ ਕੁਝ ਪ੍ਰਸ਼ਨ ਜਿਹੜੇ ਹੈਗੇ ਕੀਤੇ ਵੀ ਹਨ ਉੱਪਰ। ਮਤਦਾਨ ਵਿਹਾਰ ਤੋਂ ਜਿਹੜਾ ਹੈਗਾ ਕੀ ਭਾਵ ਹੈ? ਤਾਂ ਤੁਸੀਂ ਆਹ ਸਾਰੇ ਹੀ ਪ੍ਰਸ਼ਨ ਦੇਖ ਸਕਦੇ ਹੋ, ਇਹ ਅਨਸੋਲਵ ਨੇ। ਬਾਕੀ ਦੋਸਤੋ ਅਗਰ ਤੁਹਾਡੇ ਜ਼ਿਆਦਾ ਤੋਂ ਜ਼ਿਆਦਾ ਕਮੈਂਟ ਅਗਰ ਆਉਂਦੇ ਆ ਤਾਂ ਅਸੀਂ ਜਲਦੀ ਤੋਂ ਜਲਦੀ ਇਹਨਾਂ ਪ੍ਰਸ਼ਨਾਂ ਦੇ ਹੱਲ ਕਰਕੇ ਆਨਸਰ ਲੱਭ ਕੇ ਤੁਹਾਡੇ ਸਾਹਮਣੇ ਹਾਜ਼ਰ ਕਰ ਦਾਂਗੇ। ਨੋਟ ਦਿੱਤਾ ਹੋਇਆ ਵਾ ਦੋਸਤੋ, ਦੇਖੋ ਕੀ ਹੈ, ਜਿੱਥੇ ਤੱਕ 3-3 ਅੰਕਾਂ ਵਾਲੇ ਪ੍ਰਸ਼ਨਾਂ ਦੀ ਸੰਬੰਧ ਹੈ, ਠੀਕ ਹੈ ਜੀ। ਇਹ ਪੇਪਰ ਵਿੱਚ ਤੁਹਾਨੂੰ ਜਿਹੜਾ ਹੈਗਾ ਵਾ ਜਿਹੜੇ ਹੈਗੇ ਆਪਣੇ ਭਾਗ ਖੱਖੇ ਵਿੱਚ ਆਉਣਗੇ। ਪ੍ਰਤੇਕ ਹਰੇਕ ਪ੍ਰਸ਼ਨ ਦਾ ਉੱਤਰ ਲਗਭਗ 50-60 ਸ਼ਬਦਾਂ ਵਿੱਚ ਦੇਣਾ ਹੋਵੇਗਾ। ਉੱਤਰ ਲਿਖ ਕਰ ਜਿਹੜਾ ਹੈਗਾ ਵਾ ਥੱਲੇ ਤੁਸੀਂ ਜਿਹੜਾ ਕੀ ਲਿਖਿਆ ਦੋਸਤੋ, ਉੱਤਰ ਲਿਖ ਕੇ ਥੱਲੇ ਜਿਹੜਾ ਹੈਗਾ ਤੁਸੀਂ ਲਾਈਨ 1 ਜ਼ਰੂਰ ਲਗਾ ਦੇਣੀ ਆ। ਇਹ ਪ੍ਰਸ਼ਨ ਜਿਹੜੇ ਹੈਗੇ ਆ ਤੁਹਾਨੂੰ ਲਘੂ ਉੱਤਰ ਪ੍ਰਸ਼ਨ 2 ਤੇ 8 ਤੱਕ ਹੋਣਗੇ, ਠੀਕ ਹੈ ਜੀ। ਉਸ ਤੋਂ ਬਾਅਦ ਦੇਖੋ ਸੈਕਸ਼ਨ ਸੀ ਦੇ ਲੌਂਗ ਆਨਸਰ ਟਾਈਪ ਕੁਐਸਚਨ ਨੇ, ठीक है। 18 मार्क्स की ਤੁਹਾਨੂੰ ਆਉਣੀ ਆ। ਹੇਠ ਲਿਖੇ ਪ੍ਰਸ਼ਨਾਂ ਵਿੱਚ ਕੋਈ 3 ਪ੍ਰਸ਼ਨ ਕਰੋ। ਤਾਂ ਆ ਵੀ ਦੋਸਤੋ ਅਨਸੋਲਵ ਆ। ਅਗਰ ਤੁਹਾਡੇ ਜ਼ਿਆਦਾ ਤੋਂ ਜ਼ਿਆਦਾ ਕਮੈਂਟ ਆਉਣਗੇ ਤਾਂ ਪਾਰਟ 2 ਦੇ ਵਿੱਚ ਆਹ ਵਾਲੇ ਪ੍ਰਸ਼ਨ ਵੀ ਅਸੀਂ ਸੋਲਵ ਕਰ ਲਾਂਗੇ। ਰਾਜਨੀਤਿਕ ਪ੍ਰਣਾਲੀ ਦੀ ਪਰਿਭਾਸ਼ਾ ਦਿਓ, ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ। ਰਾਜ ਅਤੇ ਰਾਜਨੀਤਿਕ ਪ੍ਰਣਾਲੀ ਵਿੱਚ ਅੰਤਰ। ਉਦਾਰਵਾਦ ਦਾ ਅਰਥ ਦੱਸਦੇ ਹੋਏ ਸਮਕਾਲੀ ਉਦਾਰਵਾਦ ਦੀਆਂ 4 ਵਿਸ਼ੇਸ਼ਤਾਵਾਂ ਦੱਸੋ। ਮਾਰਕਸਵਾਦ ਤੋਂ ਤੁਸੀਂ ਕੀ ਸਮਝਦੇ ਹੋ? ਮਹਾਤਮਾ ਗਾਂਧੀ ਦੇ ਮੁੱਖ ਰਾਜਨੀਤਿਕ ਵਿਚਾਰਾਂ ਦਾ ਵਿਸਥਾਰ ਵਿੱਚ ਸਹਿਤ ਵਰਣਨ ਕਰੋ। ਗਾਂਧੀ ਜੀ ਆਦਰਸ਼ ਰਾਜ ਦੀਆਂ ਮੁੱਖ ਵਿਸ਼ੇਸ਼ਤਾਵਾਂ ਲਿਖੋ, ठीक है जी। तुसी सारे ही प्रश्न पढ़ सकते हो। नौकरशाही दी कोई 6 विशेषतावां दा विशेषतावां अते कम्मां दा वर्णन करो। 7वां प्रश्न ਇਹਦੇ ਨਾਲ ਆਪਸ਼ਨ ਜਿਹੜੀ ਆ ਦਿੱਤੀ ਹੋਈ ਹੈ ਦਬਾਅ ਸਮੂਹਾਂ ਦੀ ਕਾਰਜਵਿਧੀ। ਤਾਂ ਤੁਸੀਂ ਇਸ ਨੂੰ ਪੜ੍ਹ ਸਕਦੇ ਹੋ। ਵੈਰੀ ਇੰਪੋਰਟੈਂਟ ਇਹ ਪ੍ਰਸ਼ਨ ਨੇ ਦੋਸਤੋ, ਅਨਸੋਲਵ ਹੈਗੇ ਆ। ਇਸ ਨੂੰ ਆਪਾਂ ਜਿਹੜਾ ਹੈਗਾ ਵਾ ਪਾਰਟ 2 ਦੇ ਵਿੱਚ ਜਿਹੜਾ ਹੈਗਾ ਵਾ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ ਅਗਰ ਤੁਹਾਡੇ ਜ਼ਿਆਦਾ ਤੋਂ ਜ਼ਿਆਦਾ ਕਮੈਂਟ ਆਉਂਦੇ ਆ। ਤਾਂ ਇੱਥੇ ਦੋਸਤੋ ਇਹ ਤੁਸੀਂ ਆਪਣੇ ਫਿਲਹਾਲ ਆਪਣੀ ਗਾਈਡ ਦੇ ਵਿੱਚੋਂ ਹਜੇ ਤੱਕ ਕਰ ਲਓ। ਬਾਕੀ ਇਹਦੇ ਵਿੱਚ ਇੱਕ ਨੋਟ ਲਿਖਿਆ ਹੋਇਆ ਵਾ ਕਿ ਇਸ ਭਾਗ 'ਚ 6 ਅੰਕਾਂ ਵਾਲੇ 3 ਪ੍ਰਸ਼ਨ ਕਰਨੇ ਹੋਣਗੇ। ਇਹਦੇ ਵਿੱਚ 100% ਤੁਹਾਨੂੰ ਆਪਸ਼ਨ ਮਿਲੂਗੀ। ਪੇਪਰ 'ਚ 6 ਪ੍ਰਸ਼ਨ ਆਉਣਗੇ ਜਿਹਨਾਂ 'ਚ ਤੁਸੀਂ 3 ਕਰਨੇ ਹੋਣਗੇ। ਹਰੇਕ ਪ੍ਰਸ਼ਨ ਦਾ ਉੱਤਰ 10 ਸੇ ਜਿਹੜਾ ਹੈਗਾ ਵਾ 20 ਵਾਕਿਆ 'ਚ ਦੇਣਾ ਹੋਵੇਗਾ, ਯਾਨੀ ਕਿ ਇੱਕ ਪੇਜ ਜ਼ਰੂਰ ਲਿਖੋ। ਗੈਸ ਵਾਲੇ ਪ੍ਰਸ਼ਨ ਤਿਆਰ ਕਰ ਲਓ ਜੋ ਕਿ ਤੁਹਾਨੂੰ ਅਸੀਂ ਉੱਪਰ ਦੱਸਿਆ। ਆਹ ਵਾਲੇ ਜਿਹੜੇ ਲੌਂਗ ਆਨਸਰ ਟਾਈਪ ਕੁਐਸਚਨ ਨੇ, ਠੀਕ ਹੈ ਜੀ। ਆਹ ਵਾਲੇ ਜਿਹੜੇ ਹੈਗੇ ਪ੍ਰਸ਼ਨਾਂ ਦੀ ਤਿਆਰੀ ਕਰ ਲਓ ਆਪਣੀ ਗਾਈਡ ਦੇ ਵਿੱਚੋਂ, ਠੀਕ ਹੈ ਜੀ। ਇਹਨਾਂ ਵਿੱਚੋਂ ਹੀ ਜਿਹੜਾ ਹੈਗਾ ਵਾ ਕੁਐਸਚਨ ਆ ਜਾਣਗੇ ਤੁਹਾਡੇ। ਬਾਕੀ ਗੱਲ ਆ ਦੋਸਤੋ ਕਿ ਤੁਹਾਡੇ ਜਿਹੜੇ ਹੈਗੇ ਆ ਇਹ ਸੋਲਵ ਆਨਸਰ ਤੁਹਾਨੂੰ ਕਿੱਥੋਂ ਮਿਲਣਗੇ? ਪਾਰਟ 2 ਆਏਗਾ। ਪਾਰਟ 2 ਦੇ ਲਈ ਜ਼ਿਆਦਾ ਤੋਂ ਜ਼ਿਆਦਾ ਅਗਰ ਤੁਹਾਡੇ ਕਮੈਂਟ ਹੁੰਦੇ ਆ ਤਾਂ ਫਿਰ ਮੈਂ ਜਲਦੀ ਤੋਂ ਜਲਦੀ ਪਾਰਟ 2 ਬਣਾ ਦੂੰਗਾ। ਉਸ ਤੋਂ ਬਾਅਦ ਦੋਸਤੋ ਜੇ ਹੁਣ ਗੱਲ ਕਰੀਏ ਸੈਕਸ਼ਨ ਡੀ ਆ, ਜੋ ਕਿ ਸੋਰਸ ਬੇਸਡ ਕੁਐਸਚਨ ਨੇ। 12 ਮਾਰਕਸ ਦੇ ਤੁਹਾਨੂੰ ਇਹ ਆਉਣੇ ਆ। ਤਾਂ ਦੇਖੋ ਆਨਸਰ ਕੀ ਹੈ, ਹੇਠ ਲਿਖੇ ਸਰੋਤ ਆਧਾਰਿਤ ਪੈਰਿਆਂ ਨੂੰ ਧਿਆਨ ਨਾਲ ਪੜ੍ਹੋ ਅਤੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ। ਤਾਂ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਕੀ ਕਰੋ, ਆਹ ਜਿਵੇਂ ਕਿ ਲਿਖਿਆ ਨਾ, ਰਾਜਨੀਤਿਕ ਪ੍ਰਣਾਲੀ ਦੇ 2 ਭਾਗ ਹਨ, ਰਾਜਨੀਤੀ ਅਤੇ ਵਿਵਸਥਾ, ਠੀਕ ਹੈ ਜੀ। ਆ ਵੀ ਇੱਕ ਕੁਐਸਚਨ ਦਾ ਆਨਸਰ ਹੋ ਗਿਆ ਤੁਹਾਡਾ ਕਿ ਰਾਜਨੀਤਿਕ ਪ੍ਰਣਾਲੀ ਦੇ 2 ਭਾਗ ਹਨ, ਰਾਜਨੀਤਿਕ ਅਤੇ ਵਿਵਸਥਾ। ਇਹਨਾਂ ਦੋਹਾਂ ਦਾ ਅਰਥ ਹੈ ਸਮਝਣ ਦੇ ਬਾਅਦ ਹੀ ਰਾਜਨੀਤਿਕ ਵਿਵਸਥਾ ਅਤੇ ਪ੍ਰਣਾਲੀ ਦਾ ਅਰਥ ਸਮਝਿਆ ਜਾ ਸਕਦਾ ਹੈ। ਰਾਜਨੀਤਿਕ ਸ਼ਬਦ ਦਾ ਜਿਹੜਾ ਹੈਗਾ ਸ਼ਕਤੀ ਦਾ ਸੂਚਕ ਹੈ। ਕਿਸੇ ਵੀ ਜਿਹੜਾ ਹੈਗਾ ਸਮੁਦਾਇ ਨੂੰ ਜਾਂ ਫਿਰ ਸੰਘ ਨੂੰ ਰਾਜਨੀਤਿਕ ਉਸੇ ਸਮੇਂ ਕਿਹਾ ਜਾ ਸਕਦਾ ਹੈ ਜਦੋਂ ਉਸ ਦੀ ਆਗਿਆ ਦਾ ਪਾਲਣ ਪ੍ਰਸ਼ਾਸਨਿਕ ਕਰਮਚਾਰੀ ਵਰਗ ਦੁਆਰਾ ਸਰੀਰਕ ਬਲ ਪ੍ਰਯੋਗ ਦੇ ਡਰ ਨਾਲ ਕਰਵਾਇਆ ਜਾਂਦਾ ਹੈ, ਠੀਕ ਹੈ ਜੀ। ਅਰਸਤੂ ਦੇ ਰਾਜਨੀਤਿਕ ਸਮੁਦਾਇ ਨੂੰ ਸਭ ਤੋਂ ਵਧੇਰੇ ਜਿਹੜਾ ਹੈਗਾ ਵਾ ਪ੍ਰਭੂਪੂਰਨ ਅਤੇ ਅੰਤਰ ਭਾਵੀ ਸੰਗਠਨ ਪਰਿਭਾਸ਼ਿਤ ਕੀਤਾ ਹੈ। ਅਰਸਤੂ ਦੇ ਮਤ ਅਨੁਸਾਰ ਰਾਜਨੀਤਿਕ ਵਰਗ ਕੋਲ ਸਰਵਉੱਚ ਸ਼ਕਤੀ ਹੁੰਦੀ ਹੈ ਜਿਹੜੀ ਇਸ ਨੂੰ ਹੋਰ ਵਰਗਾਂ
ਹੋਰ ਵਰਗਾਂ ਤੋਂ ਨਿਖੇੜਦੀ ਹੈ। ਅਸਤੂ ਦੇ ਬਾਅਦ ਅਨੇਕਾਂ ਵਿਦਵਾਨਾਂ ਨੇ ਇਸ ਗੱਲ ਨੂੰ ਸਵੀਕਾਰ ਕੀਤਾ, ਰਾਜਨੀਤਿਕ ਸੰਬੰਧ ਵਿੱਚ ਸੱਤਾ, ਸ਼ਾਸਨ ਅਤੇ ਸ਼ਕਤੀ ਕਿਸੇ ਨਾ ਕਿਸੇ ਤਰ੍ਹਾਂ ਸ਼ਾਮਿਲ ਹੈ। ਪਹਿਲਾ ਪ੍ਰਸ਼ਨ, ਰਾਜਨੀਤਿਕ ਵਿਵਸਥਾ ਸ਼ਬਦ ਕਿੰਨੇ ਭਾਗਾਂ ਹਨ? ਤਾਂ ਰਾਜਨੀਤਿਕ ਵਿਵਸਥਾ ਦੇ 2 ਭਾਗ ਹਨ। ਰਾਜਨੀਤਿਕ ਵਿਵਸਥਾ ਸ਼ਬਦਾਂ ਦੇ ਭਾਗਾਂ ਦੇ ਨਾਂ ਤਾਂ ਇੱਕ ਹੈਗਾ ਆਪਣਾ ਰਾਜਨੀਤਿਕ ਤੇ ਦੂਸਰਾ ਹੈਗਾ ਆਪਣਾ ਵਿਵਸਥਾ। ਰਾਜਨੀਤਿਕ ਸ਼ਬਦ ਸੱਤਾ ਜਾਂ ਫਿਰ ਸ਼ਕਤੀ ਦਾ ਸੂਚਕ ਹੈ। ਅਰਸਤੂ ਨੇ ਜਿਹੜਾ ਹੈਗਾ ਵਾ ਰਾਜਨੀਤਿਕ ਸਮੁਦਾਇ ਨੂੰ ਕਿਵੇਂ ਪ੍ਰਭਾਵਿਤ ਕੀਤਾ? ਤਾਂ ਅਰਸਤੂ ਨੇ ਰਾਜਨੀਤਿਕ ਸਮੁਦਾਇ ਨੂੰ ਸਭ ਤੋਂ ਵਧੇਰੇ ਪ੍ਰਭੂ ਪੂਰਨ ਅਤੇ ਅੰਤਰਭਾਵੀ ਸੰਗਠਨ ਪਰਿਭਾਸ਼ਿਤ ਕੀਤਾ। ਅਰਸਤੂ ਤੋਂ ਬਾਅਦ ਵਿਦਵਾਨਾਂ ਨੇ ਕੀ ਸਵੀਕਾਰ ਕੀਤਾ? ਅਰਸਤੂ ਤੋਂ ਬਾਅਦ ਅਨੇਕਾਂ ਵਿਦਵਾਨਾਂ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਕਿ ਰਾਜਨੀਤਿਕ ਸੰਬੰਧ ਵਿੱਚ ਸੱਤਾ, ਸ਼ਾਸਨ ਅਤੇ ਸ਼ਕਤੀ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਹੈਗੀ ਆ ਸ਼ਾਮਿਲ ਹਨ। ਉਸ ਤੋਂ ਬਾਅਦ ਦੋਸਤੋ ਤੁਹਾਡਾ ਇੱਕ ਹੋਰ ਦਿੱਤਾ ਹੋਇਆ ਕਿ ਗਾਂਧੀ ਜੀ ਸ਼ੁਰੂ ਤੋਂ ਹੀ ਜਿਹੜਾ ਹੈਗਾ ਵਾ ਝੁਕਾਵ ਵਿੱਚ ਖੋਜ ਵੱਲ ਸਨ। ਠੀਕ ਹੈ ਜੀ, ਉਹਨਾਂ ਨੇ ਸਾਰੇ ਹੀ ਧਰਮ ਦਾ ਡੂੰਘਾ ਅਧਿਐਨ ਕੀਤਾ, ਸੱਤਿਆਗ੍ਰਹਿ ਦਾ ਸਿਧਾਂਤ ਖੋਜਿਆ। ਉਹ ਗੀਤਾ, ਬਾਈਬਲ ਦੇ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ। ਉਹਨਾਂ ਨੂੰ ਈਸਾ ਮਸੀਹ ਦਾ ਇਹ ਉਦੇਸ਼, ਜੇ ਕੋਈ ਤੁਹਾਡਾ ਸੱਜੀ ਗੱਲ 'ਤੇ ਚੰਡ ਮਾਰੇ ਤਾਂ ਆਪਣੀ ਖੱਬੀ ਗੱਲ ਵੀ ਉਸ ਦੇ ਸਾਹਮਣੇ ਕਰ ਦਿਓ, ਅਹਿੰਸਾ ਦਾ ਪਵਿੱਤਰ ਮੰਤਰ ਪ੍ਰਤੀਤ ਹੋਇਆ। ਗਾਂਧੀ ਜੀ ਨੇ ਜਿਹੜਾ ਹੈਗਾ ਵਾ ਜੇ ਡੋਕੇ ਨੂੰ ਦੱਸਿਆ ਕਿ ਨਿਊ ਟੈਸਟਾਮੈਂਟ ਅਤੇ ਖਾਸ ਤਰੀਕੇ ਸਰਮਨ ਆਨ ਦੀ ਮਾਊਂਟ ਨੇ ਉਹਨਾਂ ਨੂੰ ਸੱਤਿਆਗ੍ਰਹਿ ਦੀ ਸ਼ੁੱਧਤਾ ਅਤੇ ਉਸ ਦੇ ਮਹੱਤਵ ਦੇ ਪ੍ਰਤੀ ਜਾਗਰਿਤ ਕੀਤਾ। ਗਾਂਧੀ ਜੀ ਦੀ ਕਹਿਣਾ ਸੀ ਕਿ ਈਸਾ ਮਸੀਹ ਸਭ ਤੋਂ ਉੱਚ ਕੋਟੀ ਦੇ ਸੱਤਿਆਗ੍ਰਹੀ ਸਨ। ਠੀਕ ਹੈ ਜੀ, ਤਾਂ ਦੇਖੋ ਕੀ ਹੈ ਗਾਂਧੀ ਜੀ ਦਾ ਜਿਹੜਾ ਹੈਗਾ ਸ਼ੁਰੂ ਤੋਂ ਝੁਕਾਅ ਕਿਸ ਵੱਲ ਸੀ? ਤਾਂ ਗਾਂਧੀ ਜੀ ਦਾ ਸ਼ੁਰੂ ਤੋਂ ਹੀ ਝੁਕਾਅ ਜਿਹੜਾ ਹੈਗਾ ਵਾ ਸੱਚ ਦੀ ਖੋਜ ਵੱਲ ਸੀ। ਗਾਂਧੀ ਜੀ ਨੇ ਕਿਸ ਦਾ ਡੂੰਘਾ ਅਧਿਐਨ ਕੀਤਾ? ਗਾਂਧੀ ਜੀ ਨੇ ਸਾਰੇ ਹੀ ਧਰਮਾਂ ਦਾ ਡੂੰਘਾ ਅਧਿਐਨ ਕੀਤਾ। ਗਾਂਧੀ ਜੀ ਡੈਸ਼ ਯਾਨੀ ਕਿ ਗੀਤਾ ਅਤੇ ਬਾਈਬਲ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ। ਗਾਂਧੀ ਜੀ ਦਾ ਕੀ ਕਹਿਣਾ ਸੀ? ਗਾਂਧੀ ਜੀ ਦਾ ਕਹਿਣਾ ਸੀ ਕਿ ਈਸਾ ਮਸੀਹ ਸਭ ਤੋਂ ਉੱਚ ਕੋਟੀ ਦੇ ਸੱਤਿਆਗ੍ਰਹੀ ਸਨ। ਗਾਂਧੀ ਜੀ ਸੱਤਿਆਗ੍ਰਹਿ ਦੀ ਸ਼ੁੱਧਤਾ ਅਤੇ ਮਹੱਤਵ ਪ੍ਰਤੀ ਕਿਸ ਤੋਂ ਜਾਗਰਿਤ ਹੋਏ? ਗਾਂਧੀ ਜੀ ਸੱਤਿਆਗ੍ਰਹਿ ਦੀ ਸ਼ੁੱਧਤਾ ਅਤੇ ਮਹੱਤਵ ਪ੍ਰਤੀ ਨਿਊ ਜਿਹੜੇ ਹੈਗੇ ਟੈਸਟਾਮੈਂਟ ਅਤੇ ਖਾਸ ਤਰੀਕੇ ਜਿਹੜਾ ਹੈਗਾ ਵਾ ਖਾਸ ਕਰਕੇ ਸ਼ਰਮਨ ਆਨ ਦੀ ਮਾਊਂਟ ਤੋਂ ਸੰਗ੍ਰਹਿਤ ਹੋਏ। ਨੋਟ ਕੀ ਹੈ, ਪੈਰਾਗ੍ਰਾਫ ਦਾ ਖਾਸ ਕੋਈ ਗੈਸ ਨਹੀਂ ਹੁੰਦਾ ਹੈ, ਕਿੱਥੋਂ ਵੀ ਆ ਸਕਦਾ ਹੈ। ਇਸ ਦੀ ਤਿਆਰੀ ਤੁਸੀਂ ਖੁਦ ਹੀ ਕਰੋ। ਤਾਂ ਇਹ ਤੁਹਾਡਾ ਜਿਹੜਾ ਹੈਗਾ ਨੋਟ ਦਿੱਤਾ ਹੋਇਆ ਸੀਗਾ। ਇਸ ਤੋਂ ਬਾਅਦ ਦੋਸਤੋ ਦੇਖ ਲਓ ਕੁਝ ਵੀ ਤੁਹਾਡਾ ਹੁਣ ਨਹੀਂ ਆ ਸੋਰਸ ਬੇਸਡ ਕੁਐਸਚਨ ਯਾਨੀ ਕਿ ਸਰੋਤ ਆਧਾਰਿਤ ਪ੍ਰਸ਼ਨ ਤੋਂ ਬਾਅਦ ਤੁਹਾਡੇ ਜਿਹੜੇ ਹੈਗੇ ਆ ਸਾਰੇ ਹੀ ਗੈਸ ਪੇਪਰ ਇਹ ਖਤਮ ਹੋ ਗਿਆ ਦੋਸਤੋ। ਠੀਕ ਹੈ ਜੀ, ਹੁਣ ਅਗਲਾ ਦੇਖੋ ਇੱਥੇ ਓਕੇ ਦੋਸਤੋ, ਇੱਥੇ ਜਿਹੜਾ ਹੈਗਾ ਦੋਸਤੋ ਤੁਹਾਡਾ ਜਿਹੜਾ ਹੈਗਾ ਵਾ ਇੱਥੇ 2027 ਪੈ ਗਿਆ, ਜਿਵੇਂ ਕਿ 12th ਪੋਲ ਸਾਇੰਸ ਸ਼ਾਂਤੀ ਗੈਸ ਪੇਪਰ 2027। ਤਾਂ 2027 ਨਹੀਂ, ਗਲਤੀ ਨਾਲ ਜਿਹੜਾ ਹੈਗਾ 2024 ਇੱਥੇ ਲਿਖਣਾ ਸੀਗਾ, 2027 ਇੱਥੇ ਲਿਖਿਆ ਗਿਆ ਗਲਤੀ ਦੇ ਨਾਲ। ਠੀਕ ਹੈ ਜੀ, ਤਾਂ ਇਸ ਨੂੰ ਕੋਈ ਨਹੀਂ ਆਪਾਂ ਕਰ ਲਿਓ। ਠੀਕ ਹੈ, ਬਾਕੀ ਇੱਥੇ ਤੁਹਾਡਾ ਇਹ ਗੈਸ ਪੇਪਰ ਖਤਮ ਹੋ ਗਿਆ। ਹੁਣ ਦੋਸਤੋ ਜੇ ਗੱਲ ਕਰੀਏ ਬਾਕੀ ਤੁਹਾਡਾ ਇਹ ਗੈਸ ਪੇਪਰ ਇਸੇ ਸਾਲ ਦਾ ਹੀ ਹੈ, ਕੋਈ ਪੁਰਾਣਾ ਗੈਸ ਪੇਪਰ ਨਹੀਂ ਹੈਗਾ। ਕਈ ਵਿਦਿਆਰਥੀ ਕਹਿਣਗੇ ਸਰ ਇਹ ਤਾਂ ਪੁਰਾਣਾ ਵਾ, ਨਹੀਂ ਜੀ ਨਹੀਂ, ਦੇਖ ਲਓ ਇੱਥੇ ਲਿਖਿਆ ਹੈ ਨਾ ਫਰਵਰੀ 17 2024। ਠੀਕ ਹੈ ਜੀ, ਤਾਂ ਇਹ ਸੀਗਾ ਦੋਸਤੋ ਤੁਹਾਡਾ ਜਿਹੜਾ ਹੈਗਾ ਗੈਸ ਪੇਪਰ ਜੋ ਕਿ ਪੋਲੀਟੀਕਲ ਸਾਇੰਸ ਦਾ ਸੀਗਾ। ਠੀਕ ਹੈ ਜੀ, ਜੋ ਕਿ ਪੂਰਾ ਸੀ ਹੱਲ ਕਰਕੇ ਤੁਹਾਡੇ ਸਾਹਮਣੇ ਜਿਹੜਾ ਹੈਗਾ ਵਾ ਇਸ ਨੂੰ ਰੱਖ ਦਿੱਤਾ ਹੈ। ਆ ਰਿਹਾ ਦੋਸਤੋ ਸ਼ਾਂਤੀ ਗੈਸ ਪੇਪਰ ਕਲਾਸ 12th ਪੋਲੀਟੀਕਲ ਸਾਇੰਸ ਦਾ। ਓਕੇ ਦੋਸਤੋ, ਚਲੋ ਠੀਕ ਹੈ ਜੀ, ਆਪਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਆਲ ਦਾ ਬੈਸਟ ਤੁਹਾਡੇ ਐਗਜ਼ਾਮ ਦੇ ਲਈ।